ਵਾਹਿਗੁਰੂ ਸਾਹਿਬ ਜੀਓ परखे जाए ना जे तुम पासी, जिसके हृदय प्रेम अविनाशी। तो हम परख दे तुम ताई, राखो गोप न कहो कदाई। वाहिगुरु जी का खालसा वाहिगुरु जी की फतेह। सर्ब कला समरथ सतगुरु चवर छत्र तखत दे मालिक जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਬਚਨ ਜੋ ਸੁਖਮਨੀ ਸਾਹਿਬ ਜੀ ਵਿੱਚ ਅੰਕਿਤ ਨੇ। ਟੂਟੀ ਗੰਢ ਨਹਾਰ ਗੋਪਾਲ, ਸਰਵ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸਮ ਨ ਮਾਹੀ, ਤਿਸ ਤੇ ਬਿਰਥਾ ਕੋਈ ਨਾਹੀ। ਉਹ ਪਰਮ ਪਿਤਾ ਪਰਮਾਤਮਾ ਜਿਹਦੀ ਸਾਰਿਆਂ ਨੂੰ ਚਿੰਤਾ ਹੈ, ਜਿਸ ਨੂੰ ਸਾਰਿਆਂ ਦੀ ਚਿੰਤਾ ਹੈ, ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਜੀਵਨ ਨੂੰ ਆਪਣੇ ਨਾਲ ਜੋੜਨ ਵਾਲਾ ਵੀ ਉਹੀ ਹੈ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਭਾਈ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਦੁਨੀਆ ਦੀ ਕੋਈ ਚੀਜ਼ ਤੇਰੇ ਕੰਮ ਨਹੀਂ ਆਉਣੀ। ਇਹ ਠੀਕ ਹੈ ਕਿ ਦੁਨਿਆਵੀ ਪਦਾਰਥ ਸਾਡੀਆਂ ਲੋੜਾਂ ਪੂਰੀਆਂ ਕਰਦੇ ਨੇ, ਚਾਹੀਦੇ ਨੇ, ਉਹਦੇ ਲਈ ਉਦਮ ਵੀ ਕਰਨਾ ਚਾਹੀਦਾ ਹੈ, ਪਰ ਇਹ ਜੀ ਦੇ ਕਿਸੇ ਅਰਥ ਨਹੀਂ ਹੈ। ਜੀ ਦੇ ਜੀਵਨ 'ਚ ਕੇਵਲ ਤੇ ਕੇਵਲ ਆਤਮਿਕ ਗੁਣ ਕੰਮ ਆਉਂਦੇ ਨੇ, ਉਹ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਨੇ। ਗੁਰੂ ਕੇ ਬਚਨ ਰੋਜ਼ ਪੜ੍ਹਦੇ, ਅਵਰ ਕਾਜ ਤੇਰੇ ਕਿਸੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਜੀ ਕਹਿੰਦੇ ਸਤ ਸੰਗਤ ਰਾਹੀਂ ਉਸ ਪਰਮਾਤਮਾ ਦਾ ਸਿਮਰਨ ਕਰ, ਉਹਨੇ ਆਖਰ ਤੇਰੇ ਕੰਮ ਆਉਣਾ, ਉਹਨੇ ਤੈਨੂੰ ਆਤਮਿਕ ਤੌਰ ਤੇ ਸੁੱਖ ਤੇ ਆਨੰਦ ਪ੍ਰਦਾਨ ਕਰਨਾ ਹੈ। ਆਪ ਜੀ ਵਡਭਾਗੀ ਹੋ ਜੋ ਸਤ ਸੰਗਤ ਵਿੱਚ ਜੁੜ ਬੈਠੇ ਹੋ। ਗੁਰਬਾਣੀ ਕੀਰਤਨ ਦਾ ਆਨੰਦ ਜਿੱਥੇ ਆਪ ਜੀ ਨੇ ਮਾਣਿਆ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਜਿੱਥੇ ਇਹ ਵਾਰਤਾ ਚੱਲ ਰਹੀ ਸੀ ਕਿ ਗੰਗੂ ਬੱਸੀ ਦਾ ਰਹਿਣ ਵਾਲਾ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਇਆ ਸੀ। ਗੁਰੂ ਸਾਹਿਬ ਜੀ ਨੇ ਉਹਨੂੰ ਹੁਕਮ ਕੀਤਾ ਦਿੱਲੀ 'ਚ ਜਾ ਕੇ ਕਾਰੋਬਾਰ ਸ਼ੁਰੂ ਕਰ ਲੈ। ਦਿੱਲੀ ਵਿੱਚ ਉਹਦਾ ਸੋਹਣਾ ਕਾਰੋਬਾਰ ਚੱਲ ਗਿਆ, ਪਰ ਦੁਨਿਆਵੀ ਮੋਹ ਮਾਇਆ ਵਿੱਚ ਇਹੋ ਜਿਹਾ ਮਸਤ ਹੋਇਆ ਕਿ ਉਹਨੂੰ ਗੁਰੂ ਕਾ ਉਪਦੇਸ਼ ਹੀ ਭੁੱਲ ਗਿਆ। ਸਤਿਗੁਰੂ ਜੀ ਨੇ ਕਲੋੜਵੰਦ ਨੂੰ ਜਦ ਇਹਦੇ ਕੋਲ ਭੇਜਿਆ ਤੇ ਇਸ ਨੇ ਪਹਿਚਾਣਿਆ ਤੱਕ ਨਹੀਂ। ਆਖਰ ਜਦੋਂ ਮਨੁੱਖ ਨੂੰ ਹੰਕਾਰ ਆ ਜਾਂਦਾ ਹੈ, ਹੰਕਾਰ ਬਹੁਤ ਬੁਰੀ ਚੀਜ਼ ਹੈ। ਆਪਾਂ ਦੇਖਦੇ ਹਾਂ ਵੱਡੇ ਵੱਡੇ ਵਿਦਵਾਨ ਲੋਕ, ਜੇ ਹੰਕਾਰ ਆ ਗਿਆ ਉਹ ਵੀ ਖਤਮ ਹੋ ਗਏ। ਗੁਰਬਾਣੀ ਦਾ ਵਚਨ ਕਿ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਅੱਜ ਦਾ ਦਿਨ ਲੋਕੀ ਦੁਸਹਿਰੇ ਦੇ ਤੌਰ ਤੇ ਮਨਾਉਂਦੇ ਨੇ, ਔਰ ਹਿੰਦੁਸਤਾਨ ਦੇ ਲੋਕੀ ਕਹਿੰਦੇ ਨੇ ਕਿ ਬਦੀ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਹੈ। ਔਰ ਜਿਸ ਦਿਨ ਰਾਮਚੰਦਰ ਜੀ ਜਿੱਤ ਕੇ ਆਏ, ਰਾਵਣ ਮਾਰਿਆ ਗਿਆ, ਉਸ ਦਿਨ ਨੂੰ ਇਹ ਕਹਿੰਦੇ ਨੇ ਬਦੀ ਦੀ ਜਿੱਤ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰ ਸਾਲ ਹਿੰਦੁਸਤਾਨ ਦੇ ਲੋਕ ਰਾਵਣ ਦਾ ਪੁਤਲਾ ਬਣਾ ਕੇ ਫੂਕਦੇ ਨੇ, ਪਰ ਹੈਰਾਨੀ ਦੀ ਗੱਲ ਕਿ ਬਦੀ ਤੇ ਹੋਰ ਵੱਧਦੀ ਚਲੀ ਜਾਂਦੀ ਹੈ। ਬਦੀ ਉਹਨੂੰ ਜ਼ਿਆਦਾ ਪਸਰਦੀ ਜਾਂਦੀ ਹੈ। ਚਾਹੀਦਾ ਤਾਂ ਸੀ ਕਿ ਬਦੀ ਨੂੰ ਸਾੜਿਆ ਜਾਂਦਾ, ਔਗਣਾਂ ਨੂੰ ਸਾੜਿਆ ਜਾਂਦਾ, ਪਰ ਜਿਉਂ-ਜਿਉਂ ਆਏ ਸਾਲ ਆਪਾਂ ਦੇਖਦੇ ਹਾਂ ਬਦੀ ਨਵੇਂ ਤੋਂ ਨਵੇਂ ਰੂਪ ਵਿੱਚ ਜਿਹੜੀ ਪਸਰਦੀ ਜਾਂਦੀ ਹੈ। ਉਹ ਬਦੀ ਐਵੇਂ ਪੁਤਲੇ ਸਾੜਿਆ ਨਹੀਂ ਖਤਮ ਹੁੰਦੀ। ਉਹ ਬਦੀ ਨੂੰ ਦੂਰ ਕਰਨ ਦਾ ਤਰੀਕਾ ਇਹ ਹੈ ਕਿ ਪਰਮਾਤਮਾ ਦੇ ਪਿਆਰ ਵਿੱਚ ਜੁੜਿਆ ਜਾਏ, ਸਤ ਸੰਗਤ ਦੇ ਨਾਲ ਸਾਂਝ ਪਾਈ ਜਾਏ। ਜਿਉਂ-ਜਿਉਂ ਆਪਾਂ ਸਤ ਸੰਗਤ ਨਾਲ ਜੁੜਦੇ ਹਾਂ, ਤਿਉਂ ਤਿਉਂ ਮਨੁੱਖ ਦੇ ਅੰਦਰ ਰੱਬੀ ਗੁਣ ਪੈਦਾ ਹੁੰਦੇ ਨੇ। ਸਤ ਸੰਤੋਖ ਦਇਆ ਧਰਮ ਪੈਦਾ ਹੁੰਦਾ ਹੈ। ਜਿਉਂ-ਜਿਉਂ ਸਤ ਸੰਤੋਖ ਦਇਆ ਧਰਮ ਪੈਦਾ ਹੋਵੇਗਾ, ਬਦੀ ਆਪਣੇ ਆਪ ਹੀ ਖਤਮ ਹੋ ਜਾਏਗੀ। ਇਸ ਕਰਕੇ ਬਦੀ ਤੋਂ ਮੁਕਤ ਹੋਣ ਦਾ ਤਰੀਕਾ ਜਾਂ ਬਦੀ ਨੂੰ ਦੂਰ ਕਰਨ ਦਾ ਤਰੀਕਾ ਉਹਨੂੰ ਸਾੜਨਾ ਨਹੀਂ ਹੈ, ਸਗੋਂ ਜ਼ਿੰਦਗੀ ਅੰਦਰ ਚੰਗੇ ਗੁਣਾਂ ਨਾਲ ਜੁੜਨਾ ਹੈ, ਰੱਬੀ ਪਿਆਰ ਵਿੱਚ ਜੁੜਨਾ ਹੈ। ਸੋ ਇਹ ਹੰਕਾਰੀ ਹੋ ਗਿਆ, ਇਹਦਾ ਕਾਰੋਬਾਰ ਫਿਰ ਡਿੱਗ ਪਿਆ। ਆਖਰ ਇਹ ਗੁਰੂ ਕੀ ਹਜ਼ੂਰੀ 'ਚ ਆਇਆ, ਬੌਲੀ ਸਾਹਿਬ ਦੀ ਸੇਵਾ 'ਚ ਲੱਗ ਗਿਆ। ਸਤਿਗੁਰੂ ਜੀ ਨੇ ਵੀ ਇਹਨੂੰ ਬੁਲਾਇਆ ਨਹੀਂ। ਸੇਵਾ ਕਰਦਿਆਂ ਕਰਦਿਆਂ ਜਿਹਦਾ ਮਨ ਪਵਿੱਤਰ ਹੋ ਗਿਆ
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ, ਇਹਨੂੰ ਲੋਕ ਅਤੇ ਪਰਲੋਕ ਦੇ ਸੁੱਖ ਦੇ ਦਿੱਤੇ। ਇਹਨੇ ਕਿਹਾ ਕਿ ਮਹਾਰਾਜ, ਮੈਂ ਦੁਨੀਆ ਵਿੱਚ ਪੈ ਕੇ ਮਸਤ ਹੋ ਗਿਆ, ਤੁਹਾਡੇ ਨਾਲੋਂ ਟੁੱਟ ਗਿਆ, ਇਸ ਕਰਕੇ ਮੇਰਾ ਇਹ ਹਾਲ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹਨੂੰ ਆਤਮਿਕ ਤੌਰ ਤੇ ਵੀ ਖੁਸ਼ਹਾਲੀ ਦਿੱਤੀ ਹੈ, ਸੰਸਾਰਿਕ ਤੌਰ ਤੇ ਵੀ ਇਸ ਨੂੰ ਸਤਿਗੁਰੂ ਜੀ ਨੇ ਕਾਰੋਬਾਰਾਂ ਦੀ ਤਰੱਕੀ ਦੇ ਦਿੱਤੀ। ਜ਼ਿੰਦਗੀ ਦੇ ਅੰਦਰ ਪ੍ਰਸੰਨ ਰਹਿਣ ਦਾ, ਖੁਸ਼ ਰਹਿਣ ਦਾ ਸਭ ਤੋਂ ਵੱਡਾ ਤਰੀਕਾ ਇਹ ਹੈ, ਜਿੱਥੇ ਅਸੀਂ ਕਿਰਤ ਕਰਨੀ ਹੈ, ਕਿਰਤ ਬਹੁਤ ਜ਼ਰੂਰੀ ਹੈ, ਕਿਰਤ ਦੇ ਨਾਲ ਕਰਤੇ ਦੀ ਕੀਰਤੀ ਬਹੁਤ ਜ਼ਰੂਰੀ ਹੈ। ਕਿਰਤ ਕੀਤਿਆਂ ਦੁਨੀਆ ਦੇ ਪਦਾਰਥ ਹੋਣਗੇ ਜੋ ਜ਼ਰੂਰੀ ਨੇ, ਚਾਹੀਦੇ ਨੇ, ਪਰ ਇਹ ਪਦਾਰਥ ਸਾਨੂੰ ਆਤਮਿਕ ਸੁੱਖ ਨਹੀਂ ਦੇਣਗੇ। ਆਤਮਿਕ ਤੌਰ ਤੇ ਆਨੰਦ ਮਾਣਨ ਦੇ ਲਈ ਪਰਮਾਤਮਾ ਦੀ ਕੀਰਤੀ ਹੈ, ਸਤ ਸੰਗਤ ਹੈ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ ਕਿ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਵਿੱਚ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਸਿੱਖਾਂ ਨੇ ਇੱਕ ਸਵਾਲ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰ ਤੇ ਬੜੇ ਸਿੱਖ ਸੇਵਾ ਕਰਦੇ ਨੇ, ਭਾਈ ਰਾਮਾ ਜੀ ਵੀ ਸੇਵਾ ਕਰਦੇ ਨੇ, ਭਾਈ ਰਾਮਦਾਸ ਜੀ ਵੀ ਬੜੀ ਸੇਵਾ ਕਰਦੇ ਨੇ, ਆਉਣ ਵਾਲੇ ਸਮੇਂ ਤੁਸੀਂ ਕਿਸ ਤੇ ਬਖਸ਼ਿਸ਼ ਕਰੋਗੇ? ਕਿ ਸਤਿਗੁਰੂ ਜੀ ਕਹਿਣਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ, ਤੁਸੀਂ ਸਿਆਣੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਪਰਖ ਕਰਨਗੇ, ਕਿਉਂਕਿ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਿੱਖਾਂ ਪੁੱਤਰਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਜਾਂ ਸੁਦੋਸ ਤਾਂ ਲੈਣਾ ਟਿਕਿਓ, ਤਾਂ ਲੈਣਾ ਜੀ ਨੂੰ ਵਡਿਆਈ ਦਿੱਤੀ ਸੀ। ਇਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਨੇ ਵੀ ਸੇਵਾ ਘਾਲਣਾ ਕੀਤੀ, ਤਾਂ ਉਹਨਾਂ ਨੂੰ ਇਹ ਦਾਤ ਬਖਸ਼ਿਸ਼ ਹੋਈ ਹੈ। ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਜਿਵੇਂ ਬਖਸ਼ਿਸ਼ ਕਰਦੇ ਨੇ, ਪਰਖ ਕਰਦੇ ਨੇ, ਇਹ ਵਾਰਤਾ ਆਪਾਂ ਨੇ ਸਰਵਣ ਕਰਨੀ ਹੈ। ਆਓ ਗੁਰੂ ਪਿਆਰ 'ਚ ਜੁੜਦੇ ਹਾਂ, ਗੁਰੂ ਕੀ ਅਗਲੀ ਗਾਥਾ ਸਰਵਣ ਕਰਨ ਦੇ ਲਈ ਮਨ ਚਿਤ ਕਰਕੇ ਇਕਾਗਰ ਹੋਈਏ। ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਪਰਖੇ ਜਾਏ ਨਾ ਜੇ ਤੁਮ ਪਾਸੀ, ਜਿਸ ਕੇ ਹਿਰਦੇ ਪ੍ਰੇਮ ਅਬਿਨਾਸੀ। ਸਤਿਗੁਰੂ ਜੀ ਨੇ ਸਿੱਖਾਂ ਨੂੰ ਇਹ ਗੱਲ ਕਹੀ ਕਿ ਵੈਸੇ ਤੁਸੀਂ ਆਪ ਹੀ ਜਾਣਦੇ ਹੋਗੇ ਕਿ ਗੁਰਗੱਦੀ ਦੇ ਲਾਇਕ ਕੌਣ ਹੈ ਜਾਂ ਕਿਹਦੇ ਮਨ 'ਚ ਪਿਆਰ ਹੈ, ਕੌਣ ਭਾਵ ਭਗਤੀ ਵਾਲਾ ਹੈ। ਪਰ ਜੇ ਤੁਹਾਡੇ ਮਨ 'ਚ ਇਹ ਤੁਸੀਂ ਨਹੀਂ ਪਰਖ ਸਕਦੇ, ਦੇਖ ਸਕਦੇ, ਤਾਂ ਤੋ ਹਮ ਪਰਖ ਦੇ ਤੁਮ ਤਾਈ, ਰਾਖੋ ਗੋਬ ਨ ਕਹੋ ਕਦਾਈ। ਸਤਿਗੁਰੂ ਜੀ ਫਿਰ ਅਸੀਂ ਪਰਖ ਕਰ ਦਿੰਨੇ ਆ, ਤੁਸੀਂ ਦੇਖਦੇ ਰਹਿਣਾ, ਦੱਸਣਾ ਨਹੀਂ, ਕਿਸੇ ਨੂੰ ਪਰਖ ਹੋ ਜਾਏਗੀ। ਸਿੱਖਨ ਕੇ ਸੰਦੇਹ ਬਿਨਾਸ਼ਨ, ਨਿਜ ਪਾਸ਼ੇ ਥਾਪਨ ਸਿੰਘਾਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਇਸ ਸੰਦੇਹ ਨੂੰ ਦੂਰ ਕਰਨ ਦੇ ਲਈ ਇਹਦੇ ਤੋਂ ਜਿਹੜੀ ਅਗਲੀ ਵੱਡੀ ਗੱਲ ਸੀ, ਮਹਾਨ ਗੱਲ ਸੀ, ਉਹ ਇਹ ਸੀ ਕਿ ਆਪਣੇ ਤੋਂ ਬਾਅਦ ਕਿਸ ਨੂੰ ਗੁਰਤਾ ਦੇ ਦੇਣੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜਦ ਕੀਰਤੀ ਕੀਤੀ ਵਿਦਵਾਨਾਂ ਨੇ, ਕਨਿੰਗਮ ਇਹ ਗੱਲ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੋਰ ਤੇ ਬੇਅੰਤ ਗੁਣ ਸਨ ਹੀ, ਲੇਕਿਨ ਸਭ ਤੋਂ ਵੱਡੀ ਵਡਿਆਈ ਇਹ ਸੀ ਕਿ ਉਹਨਾਂ ਨੇ ਆਪਣੇ ਤੋਂ ਬਾਅਦ ਆਪਣੇ ਵਰਗਾ ਭਾਈ ਲੈਣਾ ਜੀ ਲੱਭ ਲਿਆ। ਵੱਡੇ ਵੱਡੇ ਕਾਰੋਬਾਰ, ਵੱਡੀ ਵੱਡੀਆਂ ਸੰਸਥਾਵਾਂ, ਵੱਡੇ ਵੱਡੇ ਇਨਕਲਾਬ, ਵੱਡੇ ਵੱਡੇ ਰਾਜ ਪ੍ਰਬੰਧ, ਹੋਰ ਸਭਾ ਸੁਸਾਇਟੀਆਂ ਬਣ ਜਾਂਦੀਆਂ ਨੇ, ਲੇਕਿਨ ਉਹਨਾਂ ਨੂੰ ਚੱਲਦੇ ਰੱਖਣ ਦੇ ਲਈ ਇਹ ਸੋਚ ਹੋਣੀ ਕਿ ਇਹਨਾਂ ਨੂੰ ਕੌਣ ਚਲਾਏਗਾ, ਇਹ ਬਹੁਤ ਘੱਟ ਚੀਜ਼ ਮਿਲਦੀ ਹੈ। ਵੱਡੇ ਵੱਡੇ ਰਾਜ ਪ੍ਰਬੰਧ ਜਿਹੜੇ ਨੇ ਇਸ ਸੋਚ ਤੋਂ ਬਿਨਾਂ ਢਹਿ ਢੇਰੀ ਹੋ ਗਏ। ਸਾਡੇ ਕੋਲ ਬਹੁਤ ਵੱਡੀ ਉਦਾਹਰਣ ਹੈ ਕਿ ਗੁਰਸਿੱਖ ਯੋਧਿਆਂ ਨੇ ਬੇਅੰਤ ਕੁਰਬਾਨੀਆਂ ਕਰਕੇ ਇੱਕ ਬੜਾ ਵਧੀਆ ਰਾਜ ਕਾਇਮ ਕੀਤਾ, ਜਿਹਨੂੰ ਆਪਾਂ ਸਿੱਖ ਰਾਜ ਕਹਿੰਦੇ ਹਾਂ। 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਜ ਕੀਤਾ, ਜਿਹੜਾ ਇੱਕ ਆਦਰਸ਼ਕ ਰਾਜ ਸੀ, ਦੁਨੀਆ ਦੇ ਵਿੱਚ ਇੱਕ ਮਾਡਲ ਸੀ, ਨਮੂਨਾ ਸੀ। ਜਿਸ ਰਾਜ ਵਿੱਚ 40 ਸਾਲਾਂ 'ਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਜਿਸ ਰਾਜ ਵਿੱਚ ਕਦੀ ਕੋਈ ਭੁੱਖਾ ਨਹੀਂ ਸੀ। ਇੰਨਾ ਆਰਥਿਕ ਪੱਖ ਤੋਂ ਅਮੀਰ ਰਾਜ ਸੀ ਸਾਡਾ ਕਿ ਇੰਗਲੈਂਡ ਵਾਲੇ ਲੋਕ ਸਿੱਖ ਰਾਜ ਵਿੱਚ ਆ ਕੇ ਨੌਕਰੀ ਕਰਦੇ ਸਨ। ਫਰਾਂਸ ਦਾ ਜਨਰਲ ਵੈਂਤੁਰਾ ਸਿੱਖ ਫੌਜ ਦੇ ਵਿੱਚ ਸੀ। ਤਕਰੀਬਨ 11 ਕੁ ਜਿਹੜੇ ਸਨ ਕਮਾਂਡਰ, ਉਹ ਬ੍ਰਿਟਿਸ਼ ਜਾਂ ਇੰਗਲੈਂਡ ਤੋਂ ਜਾਂ ਫਰਾਂਸ ਤੋਂ ਜਿਹੜੇ ਸਿੱਖ ਆਰਮੀ 'ਚ ਸਰਵਿਸ ਕਰਦੇ ਸਨ। ਐਡਾ ਵੱਡੀਆ ਦੁਨੀਆ ਦੀ ਸਭ ਤੋਂ ਅਗਰ ਕੋਈ ਪਾਵਰਫੁਲ ਆਰਮੀ ਸੀ, ਜਿਹਦੇ ਕੋਲ ਬ੍ਰਿਟਿਸ਼ ਆਰਮੀ ਵੀ ਡਰਦੀ ਸੀ, ਤੇ ਉਹ ਸਿੱਖ ਆਰਮੀ ਸੀ। ਇਹ ਗੱਲ ਵੱਖਰੀ ਹੈ ਕਿ ਸਾਡਾ ਇਤਿਹਾਸ ਹੀ ਜਿਹੜਾ ਵਿਗਾੜ ਦਿੱਤਾ ਗਿਆ, ਸਾਨੂੰ ਪੜ੍ਹਾਇਆ ਨਹੀਂ ਜਾਂਦਾ, ਔਰ ਨਾ ਪੜ੍ਹਨ ਵਾਲੀ ਕੋਈ ਚੀਜ਼ ਰਹਿਣ ਦਿੱਤੀ ਗਈ, ਸਾਡੇ ਸਾਹਿਤ ਨੂੰ ਵਿਗਾੜ ਦਿੱਤਾ ਗਿਆ। ਔਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਦਾ ਐਜੂਕੇਸ਼ਨ ਸਿਸਟਮ ਇੰਨਾ ਵਧੀਆ ਬਣਾਇਆ ਸੀ। ਇੱਕ ਦਿਨ ਲਾਹੌਰ ਦੇ ਇੱਕ ਮੁਸਲਮਾਨ ਪ੍ਰੋਫੈਸਰ ਦੇ ਮੁਖ ਤੋਂ ਇਹ ਗੱਲ ਸੁਣ ਰਿਹਾ ਸਾਂ ਕਿ ਮਹਾਰਾਜੇ ਦੇ ਰਾਜ ਵਿੱਚ ਹਰ ਮਨੁੱਖ ਚਿੱਠੀ ਪੜ੍ਹ ਸਕਦਾ ਸੀ, ਲਿਖ ਸਕਦਾ ਸੀ। ਉਹਨੇ ਇੰਨਾ ਵਧੀਆ ਸਿਸਟਮ ਬਣਾਇਆ ਸੀ, ਇੱਕ ਬਾਲ ਬੋਧ ਕਾਇਦਾ ਬਣਾਇਆ ਸੀ
ਪਿੰਡਾਂ ਵਿੱਚ ਮਸੀਤਾਂ ਦੇ ਰਾਹੀਂ, ਮਦਰਸਿਆਂ ਦੇ ਰਾਹੀਂ ਹਰ ਮਨੁੱਖ ਨੂੰ ਐਜੂਕੇਟ ਕਰ ਦਿੱਤਾ ਸੀ। ਤੇ ਬ੍ਰਿਟਿਸ਼ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਜਦੋਂ ਸਿੱਖ ਰਾਜ ਨੂੰ ਕਾਬੂ ਕੀਤਾ, ਉਹ ਕਾਇਦਾ ਖਤਮ ਕੀਤਾ ਕਿ ਲੋਕਾਂ ਨੂੰ ਅਨਪੜ੍ਹ ਰੱਖਿਆ ਜਾਏ, ਲੋਕ ਐਜੂਕੇਟ ਨਾ ਹੋਣ। ਸਭ ਤੋਂ ਵੱਡਾ ਜਦੋਂ ਕਿਸੇ ਕੌਮ ਨੂੰ ਮਾਰਨਾ ਹੁੰਦਾ ਹੈ ਨਾ, ਤੇ ਉਹਦੀ ਬੋਲੀ ਨੂੰ ਖਤਮ ਕੀਤਾ ਜਾਂਦਾ ਹੈ। ਅੱਜ ਵੀ ਆਪਾਂ ਬੜੇ ਖੁਸ਼ ਹੁੰਦੇ ਹਾਂ, ਸਾਡੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ, ਚੰਗੀ ਗੱਲ ਹੈ, ਪੜ੍ਹਨੇ ਚਾਹੀਦੇ ਨੇ, ਪਰ ਸਾਡੇ ਬੱਚੇ ਘਰ 'ਚ ਵੀ ਹਿੰਦੀ ਬੋਲਣ ਅਸੀਂ ਬੜੇ ਖੁਸ਼ ਹੁੰਦੇ ਹਾਂ। ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਮਦਰ ਲੈਂਗੁਏਜ ਨਾਲੋਂ ਤੋੜ ਰਹੇ, ਬੜਾ ਵੱਡਾ ਕ੍ਰਾਈਮ ਕਰ ਰਹੇ ਹਾਂ। ਕਿਸੇ ਬੱਚੇ ਨੂੰ ਉਹਦੀ ਮਾਂ ਬੋਲੀ ਨਾਲੋਂ ਤੋੜਨਾ ਇੱਕ ਅਪਰਾਧ ਹੈ, ਜੋ ਅਸੀਂ ਬੜੀ ਖੁਸ਼ੀ ਨਾਲ ਕਰਦੇ ਹਾਂ। ਆਉਣ ਵਾਲੇ ਸਮੇਂ ਜਿਹੜਾ ਸਾਡੇ ਬੱਚਿਆਂ ਨੂੰ ਭੁਗਤਣਾ ਪਏਗਾ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ ਗੱਲ ਕਰ ਰਹੇ ਸਾਂ ਕਿ ਐਡਾ ਆਦਰਸ਼ਕ ਰਾਜ ਸੀ, ਔਰ ਉਹ ਰਾਜ ਮਹਾਰਾਜੇ ਦੇ ਅੱਖਾਂ ਮੀਟਣ ਤੋਂ ਬਾਅਦ ਦਿਨਾਂ 'ਚ ਹੀ ਖਤਮ ਹੋ ਗਿਆ। ਉਹਦਾ ਕਾਰਨ ਸੀ ਕਿ ਮਹਾਰਾਜਾ ਆਪਣੇ ਤੋਂ ਬਾਅਦ ਕੋਈ ਯੋਗ ਜਾਨਸ਼ੀਨ ਨਾ ਦੇ ਸਕਿਆ ਜਿਹੜਾ ਇਸ ਰਾਜ ਨੂੰ ਚਲਾਉਂਦਾ ਰੱਖਦਾ। ਉਹ ਪੁੱਤਰ ਮੋਹ 'ਚ ਆ ਗਿਆ, ਔਰ ਬੜੇ ਬੜੇ ਇੰਟੈਲੀਜੈਂਟ ਲੋਕ ਸਨ ਜਿਨ੍ਹਾਂ ਨੂੰ ਲਾਂਭੇ ਕਰਕੇ ਮਹਾਰਾਜੇ ਨੇ ਆਪਣੇ ਪੁੱਤਰ ਨੂੰ ਅੱਗੇ ਲਿਆਂਦਾ। ਹੁਣ ਵੀ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਇਵੇਂ ਤਬਾਹ ਹੋ ਰਹੀਆਂ ਨੇ, ਸਿਰਫ ਤਾਂ ਸਿਰਫ ਮੋਹ ਵਿੱਚ ਆ ਕੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਵਾਰਸ ਬਣਾਇਆ, ਜਿਹੜੇ ਲਾਇਕ ਸਨ, ਜਿਹੜੇ ਯੋਗ ਸਨ, ਜਿਹੜੇ ਹਰ ਪੱਖ ਤੋਂ ਸੋਧ ਕੇ ਦੇਖ ਲਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ, ਜਿਹੜੇ ਗੁਰਤਾ ਗੱਦੀ ਦੇ ਯੋਗ ਸਨ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਦੇ ਅੱਗੇ ਵੀ ਉਹ ਸਵਾਲ ਹੈ ਕਿ ਇਸ ਤੋਂ ਬਾਅਦ ਇਹ ਇਨਕਲਾਬ ਨੂੰ ਅੱਗੇ ਤੋਰਨਾ ਹੈ, ਵਧਾਉਣਾ ਹੈ, ਕਿਹਨੂੰ ਅੱਗੇ ਲਿਆਂਦਾ ਜਾਏ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਬਿਠਾਉਣਾ, ਉਹਨਾਂ ਨੇ ਤੇ ਉਸ ਨੂੰ ਬਿਠਾਉਣਾ ਜਿਹੜਾ ਲਾਇਕ ਹੋਇਆ, ਉਹ ਭਾਵੇਂ ਕੋਈ ਵੀ ਹੋਵੇ। ਇਸ ਕਰਕੇ ਸਿੱਖਾਂ ਨੂੰ ਇਹ ਦਰਸਾਉਣ ਲਈ ਕੋਈ ਕੱਲ ਨੂੰ ਇਹ ਨਾ ਕਹੇ ਕਿ ਕਿਸੇ ਤਰ੍ਹਾਂ ਦਾ ਵੈਰ ਵਿਤਕਰਾ ਕੀਤਾ ਹੈ। ਸਤਿਗੁਰੂ ਜੀ ਨੇ ਪਰਖ ਰੱਖ ਦਿੱਤੀ ਹੈ, ਇਮਤਿਹਾਨ ਰੱਖ ਦਿੱਤਾ ਹੈ। ਇਮਤਿਹਾਨ ਇੱਕ ਬੜਾ ਜ਼ਰੂਰੀ ਚੀਜ਼ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਖਣ ਦੇ ਲਈ ਇਸ ਤਰੀਕੇ ਦੇ ਨਾਲ ਚੋਜ ਕੀਤਾ ਹੈ। ਪਰਖਨ ਹਿਤ ਸ਼੍ਰੀ ਸਤਿਗੁਰ ਪੂਰੇ, ਜੁਗਲ ਕਾਰਨ ਕਰੇ ਹਦੂਰੇ। ਲੋਕਾਂ ਦੀ ਨਜ਼ਰ ਸੀ ਕਿ ਭਾਈ ਰਾਮਾ ਜੀ ਬੜੀ ਸੇਵਾ ਕਰਦੇ ਨੇ, ਭਾਈ ਰਾਮਦਾਸ ਜੀ ਵੀ ਬੜੀ ਸੇਵਾ ਕਰਦੇ ਨੇ। ਇਹ ਦੋਵੇਂ ਹੀ ਸਤਿਗੁਰੂ ਜੀ ਦੇ ਜਵਾਈ ਸਨ। ਸਤਿਗੁਰੂ ਜੀ ਦੀਆਂ ਦੋ ਪੁੱਤਰੀਆਂ ਸਨ, ਇੱਕ ਬੀਬੀ ਦਾਨੀ ਤੇ ਇੱਕ ਬੀਬੀ ਭਾਨੀ। ਦਾਨੀ ਦੇ ਪਤੀ ਦੇਵ ਸਨ ਭਾਈ ਰਾਮਾ ਜੀ, ਬੀਬੀ ਭਾਨੀ ਦੇ ਪਤੀ ਸਨ ਭਾਈ ਰਾਮਦਾਸ ਜੀ, ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਬਣੇ। ਸੋ ਸਤਿਗੁਰੂ ਜੀ ਨੇ ਇਹਨਾਂ ਦੋਵਾਂ ਨੂੰ ਕੋਲ ਬੁਲਾਇਆ। ਲੋਕਾਂ ਦੀ ਨਜ਼ਰ ਸੀ ਕਿ ਇਹਨਾਂ ਦੋਵਾਂ 'ਚ ਕੋਈ ਇੱਕ ਆਏਗਾ, ਕਿਉਂਕਿ ਬਾਬਾ ਮੋਹਨ ਜੀ ਤਾਂ ਮਸਤ ਸੁਭਾਅ ਦੇ ਨੇ, ਹੱਠ ਜੋਗ ਕਰਨ ਵਾਲੇ ਨੇ, ਉਹ ਤੇ ਸੇਵਾ ਕਰਦੇ ਨਹੀਂ ਹੈ। ਔਰ ਬਾਬਾ ਮੋਰੀ ਜੀ ਵੀ ਦੁਨਿਆਵੀ ਸੁਭਾਅ ਦੇ ਨੇ, ਉਹ ਜਿਵੇਂ ਇਹ ਸੇਵਾ ਕਰਦੇ ਨੇ ਇਹਨਾਂ ਵਰਗੀ ਸੇਵਾ ਨਹੀਂ ਕਰਦੇ। ਇਸ ਕਰਕੇ ਲੋਕਾਂ ਦੀ ਨਜ਼ਰ ਹੈ ਇਹਨਾਂ ਦੋਵਾਂ ਦੇ ਉੱਪਰ। ਸਤਿਗੁਰੂ ਜੀ ਨੇ ਦੋਵਾਂ ਨੂੰ ਬੁਲਾਇਆ ਹੈ। ਰਾਮਾ ਰਾਮਦਾਸ ਦਬਿਆਏ, ਪਾਸ ਬਾਬਿਕਾ ਗੁਰੂ ਸਿਧਾਏ। ਭਾਈ ਰਾਮਾ ਜੀ ਤੇ ਰਾਮਦਾਸ ਜੀ ਸਤਿਗੁਰੂ ਜੀ ਦੇ ਕੋਲ ਆਏ। ਬਾਬਿਕਾ ਕਹਿੰਦੇ ਨੇ ਬੌਲੀ ਨੂੰ, ਜਿੱਥੇ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾ ਲਿਆ ਹੈ। ਲੈ ਲਸ਼ਟ ਕਾ ਹਾਥ ਮਜਾਰੀ, ਵਿਰਧ ਅਵਸਥਾ ਤਨ ਮੈਂ ਭਾਰੀ। ਸਤਿਗੁਰੂ ਗੁਰੂ ਅਮਰਦਾਸ ਜੀ ਬਿਰਧ ਨੇ, ਤਕਰੀਬਨ 100 ਸਾਲ ਦੇ ਨੇੜੇ ਤੇੜੇ ਉਹਨਾਂ ਦੀ ਆਰਜਾ ਹੈ। ਇਸ ਵੇਲੇ ਹੱਥ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸੋਟੀ ਫੜੀ ਹੋਈ ਹੈ। ਖਰੇ ਹੋਏ ਅਵਲੋਕਿਓ ਥਾਨ, ਰਾਮੇ ਸੋ ਦਬਕੀਨ ਬਖਾਨ। ਸਤਿਗੁਰੂ ਜੀ ਖੜੇ ਨੇ, ਹੱਥ ਵਿਚਲੀ ਸੋਟੀ ਦੇ ਨਾਲ ਇਸ਼ਾਰਾ ਕਰਦਿਆਂ ਹੋਇਆਂ ਉਸ ਜਗ੍ਹਾ ਵੱਲ ਨੂੰ ਭਾਈ ਰਾਮੇ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, यहाँ हमारे बैठन कारण, रुचर वैद का करो सुधारन। ਵੇਦਕਾ ਕਿਹਾ ਜਾਂਦਾ ਥੜੇ ਨੂੰ। ਸਤਿਗੁਰੂ ਜੀ ਕਹਿਣਗੇ ਭਾਈ ਰਾਮਾ, ਆ ਜਿਹੜੀ ਜਗ੍ਹਾ ਹੈ ਨਾ, ਇੱਥੇ ਇੱਕ ਵਧੀਆ ਜਿਹਾ ਥੜਾ ਬਣਾਓ। ਸੰਗਤਾਂ ਆਉਂਦੀਆਂ ਨੇ, ਇੱਥੇ ਆਪਾਂ ਬੈਠਿਆ ਕਰਾਂਗੇ ਥੜੇ ਦੇ ਉੱਪਰ। ਬੈਠਣ ਦੇ ਲਈ ਸੁੰਦਰ ਥੜਾ ਬਣਾ ਦਿਓ ਇੱਕ। हिम कह सतगुर करी लकीर, इस बिद चिन्हवावो थल थीर। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਨਿਸ਼ਾਨ ਲਗਾਤਾ, ਲਕੀਰ ਲਗਾ ਦਿੱਤੀ ਕਿ ਇੰਨੀ ਕੁ ਥਾਂ ਵਿੱਚ ਐਡਾ ਕੋ ਉੱਚਾ ਥੜਾ ਬਣਨਾ ਚਾਹੀਦਾ ਹੈ। बहुरो दिशा दूसरी गए, ताह सदान बिग ठांडे पहे। ਇਸ ਨੂੰ ਇੱਥੇ ਕਾਰੇ ਲਾ ਕੇ ਸਤਿਗੁਰੂ ਜੀ ਦੂਸਰੇ ਬੰਨੇ ਚਲੇ ਗਏ, ਉੱਥੇ ਜਾ ਕੇ ਖਲੋ ਗਏ ਹਨ। रामदास की दिशा निहारा, करण कार को गुरु उचारा। ਭਾਈ ਰਾਮਦਾਸ ਜੀ ਵੱਲ ਦੇਖਿਆ ਸਤਿਗੁਰੂ ਜੀ ਨੇ ਤੇ ਇਸ ਤਰ੍ਹਾਂ ਕੰਮ ਕਰਨ ਦੇ ਲਈ ਕਿਹਾ ਹੈ। इस देश बैठन हेत हमारे, थड़ी बनावो रुचर प्रकारे। ਕਿ ਐਸ ਬੰਨੇ ਇੱਕ ਥੜਾ ਤੁਸੀਂ ਬਣਾ ਦਿਓ,
ਇੱਥੇ ਬੈਠਿਆ ਕਰਾਂਗੇ, ਸੰਗਤਾਂ ਨਾਲ ਬਚਨ ਬਿਲਾਸ ਕਰਿਆ ਕਰਾਂਗੇ। ਕਰ ਲਕੀਰ ਕੋ ਤਿਸੇ ਬਤਾਇਓ, ਇਸ ਬਿਦ ਕਹਿ ਕਰ ਤੁਮ ਚਿਨਵਾਇਓ। ਲਕੀਰ ਨਾਲ ਨਿਸ਼ਾਨ ਲਗਾ ਦਿੱਤਾ, ਦੱਸ ਦਿੱਤਾ ਕਿ ਇਸ ਤਰ੍ਹਾਂ ਦਾ ਥੜਾ ਜਿਹੜਾ ਹੈ ਤੁਸੀਂ ਬਣਾਉਣਾ ਹੈ। ਇਸ ਪਰ ਬੈਠੇ ਪ੍ਰਾਤਾ ਕਾਲ, ਤਿਸ ਪਰ ਸੰਧਿਆ ਹੋਏ ਸੁਖ ਨਾਲ। ਦੇਖੋ ਇੱਥੇ ਸਵੇਰ ਵੇਲੇ ਬੈਠਿਆ ਕਰਾਂਗੇ, ਉਹ ਜਿਹੜਾ ਥੜਾ ਹੈ ਉੱਥੇ ਤਰਕਾਲਾਂ ਨੂੰ ਜਦੋਂ ਸੰਗਤ ਆਇਆ ਕਰੇਗੀ ਉਹਨਾਂ 'ਚ ਬੈਠਿਆ ਕਰਾਂਗੇ। ਹਿਮ ਬਤਾਏ ਸ਼੍ਰੀ ਸਤਿਗੁਰ ਗਏ, ਤਿਸ ਥਲ ਦੋਨੋਂ ਥਿਰਤਾ ਲੈ। ਸਤਿਗੁਰੂ ਜੀ ਇਵੇਂ ਕਹਿ ਕੇ ਆਪ ਚਲੇ ਗਏ। ਭਾਈ ਰਾਮਾ ਜੀ ਤੇ ਰਾਮਦਾਸ ਜੀ ਉਸੇ ਸਥਾਨ ਤੇ ਖਲੋ ਕੇ ਸੇਵਾ ਕਰਦੇ ਰਹੇ। ਬ੍ਰਿਥਕ ਬ੍ਰਿਥਕ ਥਲ ਬੈਠਨ ਕੇਰਾ, ਲਗੇ ਕਰਾਵਨ ਕੋ ਤਿਸ ਬੇਰਾ। ਦੋਵੇਂ ਵੱਖੋ ਵੱਖਰੇ ਥਾਂ ਤੇ ਸਤਿਗੁਰੂ ਜੀ ਦੇ ਬੈਠਣ ਦੇ ਲਈ ਥੜਾ ਬਣਾਉਣ ਲੱਗ ਪਏ। ਦਿਨ ਸਗਰੇ ਮੈਂ ਕਾਰ ਕਰਾਏ, ਸੰਧਿਆ ਭਈ ਗੁਰੂ ਤਬ ਆਏ। ਸਾਰਾ ਦਿਨ ਇਹ ਕੰਮ ਕਰਦੇ ਰਹੇ। ਜਿਸ ਵੇਲੇ ਸੰਧਿਆ ਹੋਈ, ਜਿਹਨੂੰ ਆਪਾਂ ਕਹਿੰਦੇ ਤਰਕਾਲਾਂ ਪਈਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆ ਗਏ। ਕਰੀ ਜੋ ਰਾਮੇ ਪੂਰਬ ਹੇਰੀ, ਪਰਖਨ ਹਿਤ ਬੋਲੇ ਤਿਸ ਬੇਰੀ। ਸਭ ਤੋਂ ਪਹਿਲਾਂ ਸਤਿਗੁਰੂ ਜੀ ਰਾਮੇ ਕੋਲ ਗਏ ਔਰ ਜੋ ਉਹਨੇ ਥੜਾ ਬਣਾਇਆ ਸੀ ਸਤਿਗੁਰੂ ਜੀ ਨੇ ਉਸ ਨੂੰ ਦੇਖਿਆ ਹੈ। ਇਹ ਤੋ ਨੀਕੀ ਨਹੀਂ ਬਨਾਈ, ਬੈਠਨ ਹੇਤ ਨ ਹਮਕੋ ਭਾਈ। ਉਸ ਥੜੇ ਨੂੰ ਦੇਖ ਕੇ ਸਤਿਗੁਰੂ ਜੀ ਕਹਿਣਗੇ ਵਧੀਆ ਨਹੀਂ ਬਣਿਆ, ਇਹ ਬੈਠਣ ਦੇ ਲਾਇਕ ਨਹੀਂ ਹੈ, ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਹਾਂ ਉਹ ਜਿਹਾ ਨਹੀਂ ਹੈ। ਕਰਿਓ ਖੇਦ ਸਭ ਨਿਸ਼ਫਲ ਗਇਓ, ਟੇਢੀ ਕੰਧ ਉਸਾਰਤ ਭਇਓ। ਦੇਖ ਤੂੰ ਕਿੰਨੀ ਮਿਹਨਤ ਕੀਤੀ ਰਾਮੇ, ਲੇਕਿਨ ਤੇਰੀ ਮਿਹਨਤ ਬਿਰਥਾ ਚਲੇਗੀ। ਆ ਕੰਧ ਟੇਢੀ ਹੈ, ਵਿੰਗੀ ਹੈ, ਥੜਾ ਜਿਸ ਤਰ੍ਹਾਂ ਦਾ ਚਾਹੀਦਾ ਨਹੀਂ ਬਣਿਆ। ਟਾਹ ਦਿਓ ਨੇ ਦੇਰ ਕਰੀ ਜੈ, ਹਮਰੋ ਕਹਿਓ ਨ ਕੀਸੋ ਨ ਕੀਜੈ। ਇਹਨੂੰ ਢਾ ਦਿਓ, ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦਾ ਦੁਬਾਰਾ ਬਣਾਓ। ਇਤ ਦਿਸ਼ ਸੂਦੀ ਭੀਤ ਚਨਾਵੋ, ਬੌਰ ਬੇਦ ਕਾ ਭਲੇ ਬਨਾਵੋ। ਆ ਦੇਖੋ ਜਿਹੜੀ ਦੀਵਾਰ ਟੇਢੀ ਹੈ, ਵਿੰਗੀ ਹੈ, ਇਸ ਪਾਸੇ ਤੋਂ ਦੀਵਾਰ ਜਿਹੜੀ ਹੈ ਸਿੱਧੀ ਕਰਕੇ ਬਣਾਓ। ਸੁਨ ਰਾਮੇ ਮਨ ਭੰਗ ਬਨਿਓ ਹੈ, ਨਿਜ ਮਤ ਆਸ਼ੀ ਜਾਨ ਬਨਿਓ ਹੈ। ਇਹ ਜਦੋਂ ਗੱਲ ਸੁਣੀ ਤੇ ਰਾਮਾ ਜੀ ਉਦਾਸ ਜਿਹੇ ਹੋ ਗਏ ਵੀ ਬੜੀ ਮਿਹਨਤ ਕੀਤੀ ਹੈ ਤੇ ਸਤਿਗੁਰੂ ਜੀ ਪ੍ਰਸੰਨ ਤਾਂ ਹੋਏ ਨਹੀਂ। ਇਹਨਾਂ ਨੇ ਫਿਰ ਢਾਉਣ ਲਈ ਕਹਿ ਦਿੱਤਾ ਹੈ। ਇਸ ਕਰਕੇ ਉਦਾਸ ਜੇ ਹੋ ਕੇ ਸੋਚਦੇ ਕਿ ਮੈਂ ਤੇ ਆਪਣੀ ਅਕਲ ਅਨੁਸਾਰ ਵਧੀਆ ਹੀ ਬਣਾਇਆ ਸੀ, ਪਰ ਇਹਨਾਂ ਨੂੰ ਪਸੰਦ ਨਹੀਂ ਆਇਆ। ਜਿਮ ਤੁਮ ਕਹਿਓ ਤਥਾ ਬਨਵਾਈ, ਕੋ ਕਾਰਨ ਬਾਰਦੈ ਨ ਪਾਈ। ਕਹਿਣ ਲੱਗਾ ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਉਵੇਂ ਹੀ ਬਣਾਇਆ, ਪਤਾ ਨਹੀਂ ਤੁਹਾਨੂੰ ਪਸੰਦ ਕਿਉਂ ਨਹੀਂ ਆਇਆ। ਸੁੰਦਰ ਬਨੀ ਬੈਠ ਬੇ ਲਾਇਕ, ਸਮੁਖ ਖਰੇ ਦਰਸੈ ਜੇ ਪਾਇਕ। ਦੇਖੋ ਕਿੰਨਾ ਸੋਹਣੀ ਜਗ੍ਹਾ ਬਣੀ ਹੈ ਬੈਠਣ ਦੇ ਲਈ, ਸਾਹਮਣੇ ਦੁਨੀਆ ਬੈਠੇ ਗਈ, ਤੁਸੀਂ ਇਹਦੇ ਉੱਪਰ ਬੈਠ ਜਾਣਾ ਹੈ। ਮੇਰੋ ਦੋਸ਼ ਨ ਜਾ ਮਹਿ ਕੋਈ, ਆਪ ਗਈ ਜਿਮ ਤਥਾ ਸੋਈ। ਜਿਵੇਂ ਤੁਸੀਂ ਕਿਹਾ ਸੀ ਮੈਂ ਬਣਾਤਾ, ਮੇਰਾ ਤੇ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ। ਹੀਨ ਜਤਨ ਮੈਂ ਭਲੇ ਸੁਧਾਰੀ, ਜਿਮ ਰਾਵਰ ਨੇ ਰੀਤ ਉਚਾਰੀ। ਮੈਂ ਜਿਵੇਂ ਤੁਸੀਂ ਕਿਹਾ ਸੀ ਉਸੇ ਤਰੀਕੇ ਨਾਲ ਵਧੀਆ ਬਣਾਉਣ ਦਾ ਯਤਨ ਕੀਤਾ ਹੈ। ਹਿਮ ਰਾਮਾ ਕਹਿ ਗਿਓ ਰਹਿਓ ਕਨੇਰਾ, ਸ਼੍ਰੀ ਸਤਿਗੁਰ ਟੈ ਵਾਈ ਤਿਸ ਬੇਰਾ। ਰਾਮੇ ਨੇ ਬਹੁਤ ਕਿਹਾ ਪਰ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਢਾ ਦੇ, ਵਧੀਆ ਨਹੀਂ, ਦੁਬਾਰਾ ਬਣਾ ਇਸ ਨੂੰ। ਨਿਜ ਕਰ ਸ਼ਰੀ ਲਕੀਰ ਨਿਕਾਰੀ, ਕਹਿਓ ਕਰੋ ਇਸ ਰੀਤ ਸੁਧਾਰੀ। ਸਤਿਗੁਰੂ ਜੀ ਨੇ ਫੇਰ ਆਪਣੇ ਹੱਥ ਵਿਚਲੀ ਜਿਹੜੀ ਸੋਟੀ ਸੀ, ਖੁੰਡੀ ਸੀ, ਉਹਦੇ ਰਾਹੀਂ ਲਕੀਰ ਮਾਰੀ। ਕਹਿੰਦੇ ਇੱਥੇ ਇਸ ਤਰੀਕੇ ਨਾਲ ਬਣਾਉਣਾ ਹੈ ਥੜਾ। ਤੈ ਤੇ ਚਲ ਦੂਸਰ ਦਿਸ ਗਏ, ਰਾਮ ਦੇਸ ਰਾਮਦਾਸ ਰਿਗ ਢਾਡੇ ਵੇ। ਸਤਿਗੁਰੂ ਜੀ ਇੱਥੋਂ ਗਏ ਦੂਜੇ ਬੰਨੇ, ਰਾਮ ਦੇਸ ਜਿੱਥੇ ਰਾਮਦਾਸ ਜੀ ਮਹਾਰਾਜ ਬਣਾ ਰਹੇ ਸਨ ਥੜਾ, ਉਹਦੇ ਕੋਲ ਜਾ ਕੇ ਸਤਿਗੁਰੂ ਜੀ ਖੜੇ ਹੋ ਗਏ। ਪਦ ਅਰਬਿੰਦ ਬੰਦਨਾ ਕਰ ਕਹਿ, ਖਰੋ ਰਿਓ ਨਿਜ ਗਰੀਬ ਨੇ ਹਰ ਕੈ। ਭਾਈ ਰਾਮਦਾਸ ਜੀ ਬੜੀ ਨਿਮਰਤਾ ਦੇ ਨਾਲ ਗੁਰੂ ਚਰਨਾਂ ਤੇ ਉਹਨਾਂ ਨਮਸਕਾਰ ਕੀਤੀ ਹੈ ਤੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਏ। ਸ਼੍ਰੀ ਗੁਰ ਅਮਰਦਾਸ ਪਿਖ ਕਹਿਓ, ਹਮਰੋ ਆਸ਼ੇ ਤੇ ਨ ਲਹਿਓ। ਸਤਿਗੁਰੂ ਜੀ ਨੇ ਉਸ ਥੜੇ ਨੂੰ ਦੇਖਿਆ ਜਿਹੜਾ ਬਣਾਇਆ, ਦੇਖ ਕੇ ਸਾਰੇ ਪਾਸਿਆਂ ਤੋਂ ਸਤਿਗੁਰੂ ਜੀ ਕਹਿਣਗੇ ਦੇਖ ਭਾਈ, ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਉਹੋ ਜਿਹਾ ਨਹੀਂ ਬਣਿਆ ਹੈ, ਇਹ ਸਾਨੂੰ ਪਸੰਦ ਨਹੀਂ ਹੈ। ਜਥਾ ਬਤਾਈ ਤਥਾ ਨਾ ਕਰੀ, ਬਕਰ ਭੀਤਰ ਚ ਕੀਨ ਸਥਰੀ। ਦੇਖ ਆ ਕੰਧ ਜਿਹੜੀ ਹੈ ਵਿੰਗੀ ਟੇਢੀ ਜਿਹੀ ਹੈ, ਜਿੱਦਾਂ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ। ਪਈ ਨਾ ਬੈਠਨ ਉਚਿਤ ਹਮਾਰੇ, ਇਸ ਕਾਰਨ ਤੇ ਕਰੋ ਬਿਦਾਰੇ। ਇਹ ਬੈਠਣ ਲਾਇਕ ਨਹੀਂ ਹੈ, ਇਸ ਕਰਕੇ ਇਹਨੂੰ ਢਾ ਦਿਓ, ਦੁਬਾਰਾ ਬਣਾਓ ਇਸ ਨੂੰ। ਗੁਰ ਤੇ ਸੁਨ ਸ਼ੰਕਤ ਮਨ ਹੋਇ ਕੇ, ਤਾਤ ਕਾਲ ਨਿਜ ਹਾਥ ਗਿਰੈ ਕੇ। ਸਤਿਗੁਰੂ ਜੀ ਦੇ ਬਚਨ ਜੋ ਸੁਣੇ
ਤੇ ਭਾਈ ਰਾਮਦਾਸ ਜੀ ਨੇ ਉਸ ਵੇਲੇ ਕਹੀ ਫੜੀ ਤੇ ਉਸ ਥੜੇ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਨਮਰ ਹੋਏ ਬੂਜੀ ਬਿਦ ਫੇਰੀ ਬਖਸ਼ੋ ਅਬੈ ਅਵਗਿਆ ਮੇਰੀ। ਔਰ ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜਿਹੜੀ ਗਲਤੀ ਹੋ ਗਈ ਠੀਕ ਹੈ, ਪਰ ਮੈਨੂੰ ਸਮਝਾ ਦਿਓ ਕਿਸ ਤਰ੍ਹਾਂ ਬਣਾਉਣਾ ਹੈ, ਤੁਸੀਂ ਆਪ ਹੀ ਦੱਸ ਦਿਓ ਜੀ। ਮੈਂ ਮਤਹੀਨ ਸਕਿਓ ਨਹਿ ਜਾਨ ਬੌਰ ਬਿਦਾ ਬਤਾਵੋ ਕਿਰਪਾ ਨਿਧਾਨ। ਮਹਾਰਾਜ ਮੈਂ ਮਤ ਤੋਂ ਹੀਣਾ, ਤੁਹਾਡੀ ਗੱਲ ਨੂੰ ਸਮਝ ਨਹੀਂ ਸਕਿਆ, ਤੁਸੀਂ ਕਿਰਪਾ ਦੇ ਖਜ਼ਾਨੇ ਹੋ ਨਾ, ਤੁਸੀਂ ਮੈਨੂੰ ਸੋਝੀ ਬਖਸ਼ ਦਿਓ ਜੀ। ਤਬ ਸਤਿਗੁਰ ਨੇ ਕੀਨ ਲਕੀਰ ਅਬਰ ਬਤਾਈ ਸਭ ਤਤਬੀਰ। ਸਤਿਗੁਰ ਜੀ ਨੇ ਫੇਰ ਲਕੀਰ ਲਗਾਈ ਧਰਤੀ ਤੇ, ਸਾਰੀ ਵਿਉਂਤ ਦੱਸ ਦਿੱਤੀ ਕਿ ਕਿਸ ਤਰ੍ਹਾਂ ਦਾ ਇਹ ਥੜਾ ਬਣਨਾ ਚਾਹੀਦਾ ਹੈ। ਕਰੋ ਚਿਨਾਵਨ ਦੋਨੋਂ ਫੇਰੇ ਮਕੈ ਸ਼੍ਰੀ ਗੁਰ ਗਮਨੇ ਡੇਰੇ। ਸਤਿਗੁਰ ਜੀ ਨੇ ਦੋਵਾਂ ਨੂੰ ਦੁਬਾਰਾ ਬਣਾਉਣ ਦੀ ਗੱਲ ਕਹੀ ਤੇ ਆਪ ਆਪਣੇ ਡੇਰੇ ਤੇ ਚਲੇ ਗਏ। ਨਿਸਾਬਤੇ ਉੱਠ ਕਰ ਭੁਨ ਸਾਰ ਲਗੇ ਕਰਾਵਨ ਦੋਨੋਂ ਕਾਰ। ਰਾਤ ਬਤੀਤ ਹੋ ਗਈ, ਸਵੇਰ ਹੋਈ, ਦੋਵੇਂ ਜਾਣੇ ਫੇਰ ਆਪੋ ਆਪਣੀ ਪਾਸੇ ਸੇਵਾ ਵਿੱਚ ਲੱਗ ਗਏ। ਜਿਮ ਕੀਨੋ ਸਤਿਗੁਰ ਪਰਮਾਵਨ ਤਿਮ ਸੁਚੇਤ ਹੈ ਲਾਗ ਬਨਾਵਨ। ਹੁਣ ਪਹਿਲੇ ਨਾਲੋਂ ਥੋੜਾ ਜ਼ਿਆਦਾ ਸੁਚੇਤ ਹੋ ਕੇ ਲੱਗੇ ਨੇ ਕਿ ਜਿਵੇਂ ਸਤਿਗੁਰ ਜੀ ਨੇ ਕਿਹਾ ਹੈ ਉਦਾਂ ਦਾ ਬਣ ਜਾਏ, ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਮਿਲ ਜਾਏ। ਭਲੀ ਰੀਤ ਜੋ ਸੋ ਜੁਗਲ ਸੁਧਾਰੀ ਪੰਕਈ ਟਿਕਾ ਸੁੰਦਰ ਸਾਰੀ। ਬੜੇ ਵਧੀਆ ਤਰੀਕੇ ਦੇ ਨਾਲ ਸੋਹਣੀਆਂ ਇੱਟਾਂ ਲਗਾ ਕੇ ਵਧੀਆ ਤਰੀਕੇ ਨਾਲ ਇਹ ਬਣਾ ਰਹੇ ਹਨ। ਸ਼੍ਰੀ ਗੁਰ ਜਾਣਿਓ ਸਾਇੰਕਾਲ ਚਲੇ ਬਾਵਲੀ ਦਿਸ਼ਾ ਕਿਰਪਾਲ। ਸਾਇੰਕਾਲ ਦਾ ਅਰਥ ਹੈ ਕਿ ਜਦੋਂ ਤਰਕਾਲਾਂ ਦਾ ਵੇਲਾ ਹੋਇਆ, ਕਿਰਪਾਲੂ ਸਤਿਗੁਰ ਜੀ ਇਧਰ ਬੌਲੀ ਸਾਹਿਬ ਜੀ ਵੱਲ ਆਏ ਹਨ। ਪ੍ਰਥਮ ਜਹਾਂ ਰਾਮੇ ਨੇ ਕਰੀ ਆਨ ਬਿਲੋਕਨ ਕੀਨ ਸਥਰੀ। ਸਭ ਤੋਂ ਪਹਿਲਾਂ ਜਿੱਥੇ ਰਾਮਾ ਸੇਵਾ 'ਚ ਲੱਗਾ ਹੋਇਆ ਸੀ ਉੱਥੇ ਆ ਕੇ ਸਤਿਗੁਰ ਜੀ ਦੇਖਣ ਲੱਗ ਪਏ। ਕਹਿਓ ਤਾਏ ਕਰੀ ਨ ਆਸ਼ੀ ਤਥਾ ਬਨੀ ਨ ਜਥਾ ਹਮ ਬਾਸ਼ੀ। ਸਤਿਗੁਰ ਜੀ ਨੇ ਫਿਰ ਥੜੇ ਨੂੰ ਚੰਗੀ ਤਰ੍ਹਾਂ ਦੇਖਿਆ ਹੈ। ਦੇਖ ਦਾਖ ਕੇ ਸਾਰੇ ਪਾਸਿਆਂ ਤੋਂ ਸਤਿਗੁਰ ਜੀ ਕਹਿਣ ਲੱਗੇ ਰਾਮਿਆ ਇਹ ਵੀ ਵਧੀਆ ਨਹੀਂ ਬਣਿਆ, ਜਿੱਦਾਂ ਦਾ ਅਸੀਂ ਚਾਹੁੰਦੇ ਹਾਂ ਤੂੰ ਬਣਾ ਨਹੀਂ ਸਕਿਆ ਉਹ ਜਿਹਾ। ਕਰੋ ਬਿਦਾਰਨ ਫੇਰ ਬਿਨਾਵੋ ਬਿਨ ਮਤ ਦੇ ਸੰਵਾਦ ਕਰਾਵੋ। ਇਹਨੂੰ ਢਾ ਦਿਓ, ਦੁਬਾਰਾ ਬਣਾਓ। ਦੇਖੋ ਥੋੜਾ ਹੋਸ਼ ਦੇ ਨਾਲ ਬਣਾਓ, ਇੰਨੀ ਮਿਹਨਤ ਕਰਦੇ ਹੋ ਤੁਸੀਂ, ਤੁਹਾਡੀ ਮਿਹਨਤ ਬਿਰਥੀ ਤੁਰੀ ਜਾ ਰਹੀ ਹੈ। ਸੁਨ ਰਾਮੇ ਨਿਜਰ ਦੇ ਵਿਚਾਰਾ ਮੈਨੀ ਕੇ ਥਲ ਥਰੀ ਸੁਧਾਰਾ। ਇਹ ਸੁਣ ਕੇ ਰਾਮਾ ਮਨ ਵਿੱਚ ਸੋਚਣ ਲੱਗਾ ਕਿ ਮੈਂ ਤੇ ਬਹੁਤ ਵਧੀਆ ਬਣਾਇਆ ਹੈ, ਬੜੀ ਮਿਹਨਤ ਵੀ ਕੀਤੀ ਹੈ। ਕਹਿਣ ਲੱਗਿਓ ਮੈਂ ਤਥਾ ਬਨਾਈ ਜਿਸ ਬਿਦ ਤੁਮਨੇ ਦੀਨ ਬਤਾਈ। ਤੇ ਸਤਿਗੁਰ ਜੀ ਨੂੰ ਕਹਿਣ ਲੱਗਾ ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਹੀ ਬਣਾਇਆ ਹੈ ਔਰ ਵਧੀਆ ਬਣਿਆ ਹੈ। ਇਹ ਵੀ ਥੜਾ ਜਿਹੜਾ ਹੈ ਬਨੀ ਰੁਚਰ ਬੈਠਬ ਕੇ ਜੋਗ ਦੇਖਦ ਕਰੇ ਸਰਾਹਨ ਲੋਗ। ਮਹਾਰਾਜ ਹੋਰ ਜਿਨ੍ਹਾਂ ਲੋਕਾਂ ਨੇ ਦੇਖਿਆ ਉਹ ਤੇ ਕਹਿੰਦੇ ਬਹੁਤ ਵਧੀਆ ਹੈ, ਸਾਰੇ ਬੜੀ ਇਹਦੀ ਸਲਾਹਤ ਕਰਦੇ ਨੇ ਕਿ ਇਹ ਬੜੀ ਸੋਹਣੀ ਜਗ੍ਹਾ ਬਣੀ ਹੈ। ਮੈਂ ਕੈਸੇ ਕਰ ਦਿਉ ਟਹਾਈ ਇਸ ਤੇ ਆਸ਼ੀ ਕਿਆ ਬਨ ਜਾਈ। ਤੁਸੀਂ ਦੱਸੋ ਕਿ ਇਦੋਂ ਵਧੀਆ ਹੋਰ ਕੀ ਬਣੇਗਾ, ਇੰਨੀ ਸੋਹਣੀ ਚੀਜ਼ ਬਣ ਗਈ, ਇਹਨੂੰ ਕਿਵੇਂ ਢਾ ਦੇਵਾਂ ਮੈਂ। ਤਬ ਸਤਿਗੁਰ ਨੇ ਦਈ ਟਹਾਏ ਕਰੀ ਕਾਰ ਪੁਨ ਭਲੇ ਬਤਾਏ। ਸਤਿਗੁਰ ਜੀ ਨੇ ਕਿਹਾ ਇਹਨੂੰ ਢਾ ਦੇ। ਫਿਰ ਦੁਬਾਰਾ ਸਤਿਗੁਰ ਜੀ ਨੇ ਦੱਸਿਆ ਕਿ ਇਸ ਤਰੀਕੇ ਨਾਲ ਬਣਨਾ ਚਾਹੀਦਾ ਹੈ। ਇਸ ਪ੍ਰਕਾਰ ਕੀਜੈ ਸ਼ੁਭ ਥਰੀ ਸੁਰਤ ਸੰਭਾਰੋ ਮਤ ਧਰੀ। ਸਤਿਗੁਰ ਜੀ ਕਹਿਣਗੇ ਜਿਹੜਾ ਹੋਸ਼ ਦੇ ਨਾਲ ਕਾਰਜ ਕਰ ਭਾਈ ਰਾਮੇ, ਜੋ ਅਸੀਂ ਚਾਹੁੰਦੇ ਆ ਉਸ ਤਰੀਕੇ ਦੀ ਬਣਾ, ਵਧੀਆ ਤਰੀਕੇ ਨਾਲ ਬਣਾ ਇਸ ਨੂੰ। ਰਾਮਦਾਸ ਕੀ ਦਿਸ਼ ਚੱਲ ਗਏ ਹੇਰ ਥਰੀ ਕੋ ਉਚਰਤ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਤੁਰੇ, ਜਿੱਥੇ ਰਾਮਦਾਸ ਜੀ ਲੱਗੇ ਸਨ ਸੇਵਾ ਵਿੱਚ ਉੱਥੇ ਪਹੁੰਚ ਗਏ ਹਨ। ਏਤੈ ਨਿੱਕੀ ਨਹੀਂ ਬਣਾਈ ਬੈਠ ਬਕਾਰਮ ਹਮੋ ਨਾ ਭਾਈ। ਉਸ ਥੜੇ ਨੂੰ ਵੀ ਦੇਖਿਆ ਸਤਿਗੁਰੂ ਜੀ ਨੇ ਜਾ ਕੇ ਆਸੇ ਪਾਸੇ ਤੋਂ, ਕਹਿਣਗੇ ਭਾਈ ਰਾਮਦਾਸ ਇਹ ਤੂੰ ਵਧੀਆ ਨਹੀਂ ਬਣਾਇਆ, ਬੈਠਣ ਦੀ ਯੋਗ ਨਹੀਂ ਹੈ, ਜਿਹੋ ਜਿਹਾ ਅਸੀਂ ਚਾਹੁੰਦੇ ਉਹੋ ਜਿਹਾ ਨਹੀਂ ਬਣਿਆ। ਕਰੋ ਵਿਦਾਰਨ ਰਾਖੋ ਨਾਹੇ ਕਹਿਓ ਨਾ ਲਖਿਓ ਤੁਮੋ ਮਨ ਮਾਹੇ। ਜੋ ਤੈਨੂੰ ਕਿਹਾ ਸੀ ਤੂੰ ਸਮਝਿਆ ਨਹੀਂ ਹੈ, ਇਸ ਕਰਕੇ ਇਹਨੂੰ ਢਾ ਦੇ, ਇਹਨੂੰ ਰਹਿਣ ਨਾ ਦੇ, ਇਹਨੂੰ ਢਾ ਦੇ, ਦੁਬਾਰਾ ਬਣਾ ਇਸ ਨੂੰ। ਸੁਨ ਸਤਿਗੁਰ ਕੇ ਬਾਕਨ ਸ਼ੌਨ ਢਾਨ ਕਰੀ ਦਰੇ ਮੁਖ ਮੌਨ। ਸਤਿਗੁਰੂ ਜੀ ਦੇ ਬਚਨ ਸੁਣ ਕੇ ਕੋਈ ਗੱਲ ਨਹੀਂ ਕੀਤੀ ਅੱਗੋਂ, ਚੁੱਪ ਕਰਕੇ ਉਹਨੂੰ ਢਾਉਣ ਲੱਗ ਪਏ ਹਨ। ਔਰ ਬਹਿ ਦਰ ਕੇ ਬੋਲਿਓ ਫੇਰ ਤੁਮਰੀ ਮਤੀ ਅਗਾਧ ਵਡੇਰ। ਬੜਾ ਅਦਬ ਦੇ ਨਾਲ, ਅੰਦਰੋਂ ਭਾਵਨਾ ਦੇ ਨਾਲ ਹੱਥ ਜੋੜ ਕੇ ਬੋਲਦੇ ਆ। ਭਾਈ ਰਾਮਦਾਸ ਜੀ ਨੇ ਕਿਹਾ ਮਹਾਰਾਜ ਤੁਸੀਂ ਸਮਰੱਥ ਹੋ, ਮੈਂ ਤਾਂ ਇੰਨਾ ਗਿਆਨਵਾਨ ਨਹੀਂ ਆ,
ਤੁਸੀਂ ਕਿਰਪਾ ਕਰਕੇ ਮੈਨੂੰ ਸੋਝੀ ਦੇ ਦਿਓ ਜੀ। ਹਮ ਮਤ ਮੰਦ ਸਕੇ ਨ ਜਾਨ, ਤਉ ਕਿਰਪਾ ਤੁਮ ਕਰੋ ਮਹਾਨ। ਮਹਾਰਾਜ ਮੇਰੀ ਮਤ ਜਿਹੜੀ ਉਜਲ ਨਹੀਂ ਹੈ, ਮੈਂ ਸਮਝ ਨਹੀਂ ਸਕਿਆ, ਤੁਸੀਂ ਕਿਰਪਾ ਕਰਕੇ ਦੱਸੋ ਕਿ ਮੈਂ ਕਿਵੇਂ ਬਣਾਵਾਂ। ਬਿਸਰ ਜਾਤ ਹਮਰੀ ਮਤ ਥੋਰੀ, ਬਖਸ਼ੋ ਖਤਾ ਆਪ ਅਬ ਮੇਰੀ। ਮੇਰੀ ਮਤ ਥੋੜੀ ਹੈ, ਕਮਜ਼ੋਰ ਹੈ, ਜੋ ਤੁਸੀਂ ਕਹਿੰਦੇ ਮੈਂ ਭੁੱਲ ਜਾਣਾ, ਤੁਸੀਂ ਮੇਰੀ ਭੁੱਲ ਮਾਫ ਕਰ ਦਿਓ ਤੇ ਅੱਗੇ ਤੋਂ ਬਖਸ਼ਿਸ਼ ਕਰ ਦਿਓ ਜੀ। ਜਿਸ ਪ੍ਰਕਾਰ ਕੀ ਦਿਓ ਬਤਾਏ, ਤਰਾਵਰ ਕੇ ਅਬੇ ਬਣਾਏ। ਮਹਾਰਾਜ ਜੀ ਜਿਸ ਤਰ੍ਹਾਂ ਹੁਕਮ ਕਰੋਗੇ ਮੈਂ ਉਸ ਤਰ੍ਹਾਂ ਦਾ ਬਣਾ ਦੇਵਾਂਗਾ, ਮੈਨੂੰ ਸੋਝੀ ਦੇ ਦਿਓ ਜੀ। ਸੁਨ ਸਤਿਗੁਰ ਨੇ ਕਰੀ ਲਕੀਰ, ਇਸ ਬਿਦ ਕਰੋ ਥਰੀ ਧਰ ਧੀਰ। ਸਤਿਗੁਰੂ ਜੀ ਨੇ ਫਿਰ ਉਸ ਆਪਣੀ ਹੱਥ ਵਿਚਲੀ ਖੂੰਡੀ ਦੇ ਨਾਲ ਲਕੀਰ ਵਾਹ ਦਿੱਤੀ, ਦੱਸ ਦਿੱਤਾ ਕਿ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਹੈ। ਇਮ ਦੋਨੋਂ ਕੋ ਫੇਰ ਬਤਾਏ, ਮੰਦ ਮੰਦ ਗਮਨੇ ਨਿਜ ਥਾਏ। ਸਤਿਗੁਰੂ ਜੀ ਦੋਵਾਂ ਨੂੰ ਦੱਸ ਕੇ ਸਹਿਜੇ ਸਹਿਜੇ ਆਪਣੇ ਸਥਾਨ ਤੇ ਆ ਗਏ। ਭਈ ਪ੍ਰਭਾਤ ਆਏ ਪੁਨ ਧੋਊ, ਲਗੇ ਬਨਾਵਨ ਥਲ ਪਿਖ ਸੋਊ। ਰਾਤ ਬਤੀਤ ਹੋ ਗਈ, ਸਵੇਰ ਹੋਈ ਹੈ। ਭਾਈ ਰਾਮਾ ਜੀ, ਭਾਈ ਰਾਮਦਾਸ ਜੀ ਦੋਵੇਂ ਸਵੇਰੇ ਆ ਕੇ ਫਿਰ ਆਪਣੇ ਕੰਮ ਵਿੱਚ ਲੱਗ ਗਏ ਹਨ। ਨੀਕੀ ਰੀਤ ਸੁਧਾਰਨ ਕਰੇ, ਪੰਕਈ ਟਕਾ ਪੰਕਤ ਜਰੇ। ਔਰ ਬੜੀ ਵਧੀਆ ਤਰੀਕੇ ਦੇ ਨਾਲ ਉਹ ਫਿਰ ਆਪੋ ਆਪਣੇ ਪਾਸੇ ਥੜਾ ਬਣਾਉਣ ਵਿੱਚ ਜੁਟ ਗਏ। ਦਿਨ ਸਗਰੇ ਮੈਂ ਲਈ ਬਣਾਏ, ਦੋਨੋਂ ਦਿਸ਼ ਬੁੱਧ ਕਰ ਅਦਕਾਏ। ਦੋਵਾਂ ਨੇ ਬੜੀ ਮਿਹਨਤ ਕਰਕੇ ਬੜੀ ਸੂਝ-ਬੂਝ ਦੇ ਨਾਲ ਇਸ ਵਾਰੀ ਫਿਰ ਥੜੇ ਬਣਾਏ ਹਨ। ਹੁਣ ਆਏ ਗੁਰ ਤੀਸਰ ਬਾਰੀ, ਲਖ ਨ ਸਕੇ ਕੋ ਮੈਂ ਮਾਂ ਭਾਰੀ। ਸਤਿਗੁਰੂ ਜੀ ਤੀਸਰੇ ਦਿਨ ਵੀ ਆ ਗਏ। ਦਰਅਸਲ ਸਤਿਗੁਰੂ ਜੀ ਦਾ ਤੇ ਇਹ ਚੋਜ ਹੈ, ਸਤਿਗੁਰੂ ਜੀ ਤੇ ਪਰਖ ਰਹੇ ਨੇ ਕਿ ਕਿਹਦੇ ਵਿੱਚ ਕਿੰਨਾ ਕੁ ਧੀਰਜ ਹੈ, ਕਿੰਨਾ ਕੁ ਸਹਿਜ ਹੈ, ਕਿੰਨਾ ਕੁ ਭਾਣੇ ਚ ਰਹਿਣ ਦੀ ਸਮਰੱਥਾ ਹੈ। ਗੁਰਤਾ ਗੱਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਵਾਰ ਪਰਖਿਆ ਭਾਈ ਲਹਿਣਾ ਜੀ ਨੂੰ। ਰਾਤ ਨੂੰ ਕਹਿਣ ਲੱਗੇ ਜਾ ਕੱਪੜੇ ਧੋ ਕੇ ਲਿਆ। ਭਾਈ ਲਹਿਣਾ ਜੀ ਇਹ ਵੀ ਤੇ ਕਹਿ ਸਕਦੇ ਸਵੇਰ ਹੋ ਜਾਣੀ, ਕੱਪੜੇ ਧੋ ਲਾਣੇ, ਰਾਤ ਨੂੰ ਕੀ ਲੋੜ ਹੈ। ਕਦੀ ਸਤਿਗੁਰੂ ਜੀ ਨੇ ਦਰਖਤ ਤੇ ਚੜ੍ਹਨ ਲਈ ਕਿਹਾ, ਕਦੀ ਸਤਿਗੁਰੂ ਜੀ ਨੇ ਚਿੱਕੜ ਚੋਂ ਕੌਲਾ ਕੱਢਣ ਲਈ ਕਿਹਾ। ਬਾਬਾ ਸ੍ਰੀ ਚੰਦ ਜੀ ਕਹਿਣਗੇ ਹੋਰ ਬਥੇਰੇ ਕੌਲੇ ਚਿੱਕੜ ਵਾਲਾ ਹੀ ਕੱਢਣੇ, ਕੋਈ ਉਹਦੀ ਕੀ ਲੋੜ ਆਪਾਂ ਨੂੰ। ਲੇਕਿਨ ਗੱਲ ਤਾਂ ਇਹ ਸੀ ਕਿ ਭਾਣਾ ਮੰਨਣ ਦੀ ਕਿੰਨੀ ਕੁ ਜਾਚ ਹੈ, ਸਹਿਜ ਕਿੰਨਾ ਕੁ ਹੈ, ਜਾਂ ਧੀਰਜ ਕਿੰਨਾ ਕੁ ਹੈ। ਸਤਿਗੁਰੂ ਜੀ ਤੇ ਇਹ ਪਰਖਣਾ ਚਾਹੁੰਦੇ ਸਨ। ਗੁਰੂ ਸਾਹਿਬ ਜੀ ਨੂੰ ਥੜਿਆਂ ਦੀ ਕੋਈ ਗੱਲ ਨਹੀਂ ਹੈ, ਚੰਗੇ ਮਾੜੇ ਦੀ ਕੋਈ ਗੱਲ ਨਹੀਂ। ਸਤਿਗੁਰੂ ਜੀ ਬੜੇ ਹੀ ਸਧਾਰਨ ਰਹਿਣ ਵਾਲੇ, ਸਿੰਪਲ ਰਹਿਣ ਵਾਲੇ ਸਨ। ਲੇਕਿਨ ਇਹ ਤੇ ਇੱਕ ਪਰਖ ਸੀ, ਇਹ ਜਾਣ ਨਾ ਸਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਤੀਸਰੀ ਵਾਰੀ ਆਏ ਹਨ, ਔਰ ਗੰਭੀਰ ਧੀਰ ਕੇ ਧਰਤਾ, ਸਭੇ ਨੇ ਉੱਤਮ ਜਨ ਚਰਿਤਾ। ਸਤਿਗੁਰੂ ਜੀ ਬੜੇ ਗੰਭੀਰ ਔਰ ਜਿਨ੍ਹਾਂ ਦੇ ਚੋਜ ਬੜੇ ਉੱਤਮ ਨੇ, ਮਹਾਨ ਹਨ। ਪ੍ਰਥਮੇ ਰਾਮੇ ਕੀ ਦਿਸ਼ ਗਏ, ਖਰੇ ਥਰੀ ਦਿਖ ਦ੍ਰਿਸ਼ਟ ਲਗਾਏ। ਸਭ ਤੋਂ ਪਹਿਲਾਂ ਸਤਿਗੁਰੂ ਜੀ ਭਾਈ ਰਾਮਾ ਜੀ ਵੱਲ ਗਏ। ਉਹ ਜਿਹੜਾ ਥੜਾ ਬਣਾਇਆ ਸੀ ਉਹਨੂੰ ਸਤਿਗੁਰੂ ਜੀ ਬੜੇ ਗੌਰ ਨਾਲ ਦੇਖ ਰਹੇ ਹਨ। ਕਹਿਓ ਭਾਗ ਬੋ ਰਾਮੇ ਤੋਹੇ, ਕਰਿਓ ਨਹੀਂ ਜਿਮ ਭਾਖਿਓ ਮੋਹੇ। ਸਤਿਗੁਰੂ ਜੀ ਕਹਿਣਗੇ ਉਹ ਭਾਈ ਰਾਮੇ ਤੈਨੂੰ ਇਹ ਕਿੰਨੀ ਵਾਰੀ ਕਿਹਾ ਹੈ ਕਿ ਥੜਾ ਇਸ ਤਰੀਕੇ ਨਾਲ ਬਣਾ ਜਿਹੜਾ ਤੈਨੂੰ ਕਹਿੰਦੇ ਆ, ਤੈਨੂੰ ਉਹ ਸਮਝ ਨਹੀਂ ਆਇਆ, ਉਹ ਤੂੰ ਗੱਲ ਸਮਝੀ ਨਹੀਂ ਹੈ। ਨੈ ਪਸੰਦੇ ਆਏ ਹਮਾਰੇ, ਜਿਮ ਚਾਹਤ ਤਿਮ ਨਹੀਂ ਸੁਧਾਰੇ। ਮੈਨੂੰ ਇਹ ਪਸੰਦ ਨਹੀਂ ਹੈ, ਜਿੱਦਾਂ ਦਾ ਮੈਂ ਚਾਹੁੰਦਾ ਤੂੰ ਉਦਾਂ ਦਾ ਬਣਾ ਨਹੀਂ ਸਕਦਾ। ਬਹੁਤ ਬਾਰ ਸਮਝਾਵਨ ਕਰਿਓ, ਥਰੀ ਕਾਜ ਕਰਬੇ ਨੇ ਸਰਿਓ। ਬੜਾ ਸਮਝਾਇਆ ਤੈਨੂੰ, ਪਰ ਤੂੰ ਇੱਕ ਨਿੱਕੀ ਜੀ ਗੱਲ ਨਹੀਂ ਸਮਝ ਸਕਿਆ। ਸੁਨ ਰਾਮਾ ਚਿਤ ਵਿਤ ਚਿਤ ਮਾਹੀ, ਇਹ ਕਾਰਨ ਕਿਆ ਲਖੀਅਤ ਨਾਹੀ। ਇਹ ਸੁਣ ਕੇ ਰਾਮਾ ਮਨ ਚ ਸੋਚਦਾ ਕਿ ਸਮਝ ਨਹੀਂ ਆਉਂਦੀ ਕਿ ਕੀ ਕਹਿਣਾ ਚਾਹੁੰਦੇ ਨੇ ਸਤਿਗੁਰੂ ਜੀ। ਮੈਂ ਵਧੀਆ ਹੀ ਕਰਦਾ ਕੰਮ, ਪਰ ਇਹਨਾਂ ਨੂੰ ਪਸੰਦ ਕਿਉਂ ਨਹੀਂ ਆਉਂਦਾ। ਕਰਤ ਵਿਚਾਰ ਸੋ ਨਿਸ਼ਚੈ ਠਾਨਾ, ਇਨਕੋ ਬਹੁ ਸਰੀਰ ਬਿਰਦਾਨਾ। ਰਾਮਾ ਮਨ ਚ ਸੋਚਣ ਲੱਗਾ ਦਰਅਸਲ ਗੱਲ ਇਹ ਹੈ, ਗੁਰੂ ਸਾਹਿਬ ਜੀ ਬਿਰਧ ਹੋ ਗਏ ਨੇ, ਉਮਰ ਬੜੀ ਹੋ ਗਈ ਇਹਨਾਂ ਦੀ, ਇਸ ਕਰਕੇ ਜੋ ਆਪ ਕਹਿੰਦੇ ਨੇ ਉਹ ਇਹਨਾਂ ਨੂੰ ਭੁੱਲ ਜਾਂਦਾ। ਮੈਨੂੰ ਤੇ ਯਾਦ ਹੈ ਜੋ ਇਹਨਾਂ ਨੇ ਕਿਹਾ ਹੈ, ਗਈ ਯਾਰ ਬਲ ਬੀਤ ਬਡੇਰੀ, ਕਹਿਓ ਨਾ ਯਾਦ ਰੱਖੈ ਇਸ ਬੇਰੀ। ਆਰਬਲ ਕਹਿੰਦੇ ਨੇ ਉਮਰ ਨੂੰ, ਇਹਨਾਂ ਦੀ ਉਮਰ ਬਹੁਤ ਹੋ ਗਈ ਹੈ, ਹੁਣ ਬਿਰਧ ਹੋ ਗਏ ਨੇ, ਤੇ ਜੋ ਕੁਝ ਇਹ ਕਹਿੰਦੇ ਨੇ ਉਹ ਆਪ ਹੀ ਭੁੱਲ ਜਾਂਦੇ ਨੇ, ਇਹਨਾਂ ਨੂੰ ਵਿਸਰ ਜਾਂਦਾ ਹੈ। ਇਮ ਠਟ ਮਨ ਮੈਂ ਕੀਨ ਬਖਾਨਾ, ਜਿਮ ਤੁਮ ਨੇ ਮੋਇ ਕੋ ਫਰਮਾਨਾ। ਇਹ ਮਨ ਚ ਸੋਚ ਕੇ ਨਾ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਦੇਖੋ ਜਿਵੇਂ ਤੁਸੀਂ ਕਿਹਾ ਸੀ ਮੈਂ ਤੇ ਤਿਵੇਂ ਦਾ ਹੀ ਬਣਾਇਆ ਹੈ। ਕਰੀ ਤਥਾ ਮੈਂ ਬੁੱਧ ਬਲ ਲਾਏ, ਕਹਿ ਕਰਿਆ ਛੇ ਸੁਧ ਬਨਵਾਏ। ਮਹਾਰਾਜ ਜੀ ਮੈਂ ਆਪਣਾ ਪੂਰਾ ਜ਼ੋਰ ਲਗਾ ਕੇ, ਆਪਣੀ ਪੂਰੀ ਅਕਲ ਲਗਾ ਕੇ
ਮੈਂ ਉਦਾਂ ਹੀ ਬਣਾਇਆ ਜਿਵੇਂ ਤੁਸੀਂ ਕਿਹਾ ਸੀ। ਆਪ ਕਹੋ ਜਿਮ ਬਿਸਰੇ ਫੇਰ, ਇਸ ਮੈਂ ਦੋਸ਼ ਹੈ ਕਿਆ ਮੇਰ। ਮਹਾਰਾਜ ਜੀ ਦਰਅਸਲ ਤੁਸੀਂ ਜੋ ਕਹਿੰਦੇ ਹੋ ਭੁੱਲ ਜਾਂਦੇ ਹੋ, ਇਹਦੇ 'ਚ ਮੇਰਾ ਨਹੀਂ ਕਸੂਰ ਕੋਈ। ਮੈਂ ਆਪਣੇ ਵੱਲੋਂ ਬੜੀ ਸਿਆਣਪ ਨਾਲ ਬੜਾ ਜ਼ੋਰ ਲਗਾ ਕੇ ਇਹ ਥੜਾ ਬਣਾਇਆ। ਜਦੋਂ ਸਿੱਖ ਨੂੰ ਇਹ ਖਿਆਲ ਹੋਏ ਨਾ ਕਿ ਮੈਂ ਸਿਆਣਾ ਹਾਂ, ਤੇ ਗੁਰੂ ਜਿਹੜਾ ਉਹਨੂੰ ਭੁੱਲ ਗਈ ਇਹ ਗੱਲ, ਸਮਝੋ ਕਿ ਉਹ ਗੁਰੂ ਨਾਲੋਂ ਸਿਆਣਾ ਬਣ ਗਿਆ। ਜਿੱਥੇ ਗੁਰੂ ਤੋਂ ਬੰਦਾ ਸਿਆਣਾ ਬਣ ਜਾਏਗਾ ਉਹ ਕੀ ਦਾਤ ਲਏਗਾ। ਗੁਰਬਾਣੀ ਦਾ ਬਚਨ ਫਰੀਦਾ, ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜੋ ਮੇ ਆਹ। ਬਾਬਾ ਬੁੱਢਾ ਜੀ ਨੂੰ ਪੁੱਛਿਆ, ਬੁੱਢਿਆ ਕਿੰਨੀ ਕੁ ਰਾਤ ਲੰਘ ਗਈ ਹੈ? ਕਹਿਣ ਲੱਗਾ ਜੀ ਅੱਧੀ ਲੰਘੀ, ਅੱਧੀ ਬਾਕੀ ਹੈ। ਸਤਿਗੁਰੂ ਜੀ ਕਹਿੰਦੇ ਧਿਆਨ ਨਾਲ ਦੇਖ ਕੇ ਨਾ ਜੀ, ਅਸੀਂ ਜੱਟ ਬੂੜ ਬੰਦੇ, ਰਾਤ ਨੂੰ ਤਾਰਿਆਂ ਦੀ ਛਾਵੇਂ ਕੰਮ ਕਰਨ ਵਾਲੇ, ਸਾਨੂੰ ਪਤਾ ਹੈ ਅੱਧੀ ਲੰਘ ਗਈ ਤੇ ਅੱਧੀ ਬਾਕੀ ਹੈ। ਸਤਿਗੁਰੂ ਜੀ ਕਹਿੰਦੇ ਫਿਰ ਦੇਖ। ਕਹਿਣ ਲੱਗਾ ਜੀ ਦੇਖ ਲਿਆ, ਅੱਧੀ ਬਾਕੀ ਤੇ ਅੱਧੀ ਲੰਘ ਗਈ ਹੈ। ਭਾਈ ਲਹਿਣਾ ਜੀ ਨੂੰ ਕਿਹਾ, ਲਹਿਣਾ ਜੀ ਸਮਝ ਗਏ ਸਤਿਗੁਰੂ ਜੀ ਦਾ ਚੋਜ। ਕਹਿਣਗੇ ਮਹਾਰਾਜ ਜਿੰਨੀ ਤੁਸੀਂ ਲੰਘਾਤੀ ਲੰਘ ਗਈ, ਜਿੰਨੀ ਰੱਖੀ ਓਨੀ ਬਾਕੀ ਹੈ, ਅਸੀਂ ਕੀ ਜਾਣ ਸਕਦੇ। ਗੱਲ ਤਾਂ ਗੁਰੂ ਦੀ ਰਜ਼ਾ ਨੂੰ ਮੰਨਣ ਦੀ ਹੈ। ਭਾਈ ਰਾਮਾ ਜੀ ਕਹਿਣਗੇ ਮਹਾਰਾਜ ਤੁਸੀਂ ਭੁੱਲ ਜਾਂਦੇ ਹੋ, ਮੈਨੂੰ ਯਾਦ ਹੈ। ਸਿੱਖ ਸਿਆਣਾ ਬਣ ਗਿਆ ਗੁਰੂ ਦੇ ਕੋਲ ਆ ਕੇ, ਇਸ ਕਰਕੇ ਇਮ ਸੁਨ ਸਤਿਗੁਰ ਤੂਸ਼ਨ ਠਾਨੀ, ਅਤ ਗੰਭੀਰ ਧੀਰ ਗੁਣ ਖਾਨੀ। ਸਤਿਗੁਰ ਜੀ ਚੁੱਪ ਹੋ ਗਏ, ਕੁਝ ਨਹੀਂ ਕਿਹਾ। ਗੁਣਾਂ ਦੀ ਖਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਇਹੀ ਤਾਂ ਦੇਖਣਾ ਚਾਹੁੰਦੇ ਸਨ, ਕਿੰਨਾ ਕੁ ਸਹਿਜ ਹੈ, ਕਿੰਨਾ ਕੁ ਗੁਰੂ ਕੇ ਭਾਣੇ ਚ ਰਹਿਣ ਦੀ ਸਮਰੱਥਾ ਹੈ। ਹੁਣ ਸ਼੍ਰੀ ਰਾਮਦਾਸ ਡਿੱਗ ਗਏ, ਹੇਰ ਥਰੀ ਕੋ ਬੋਲਤ ਪਏ। ਫਿਰ ਰਾਮਦਾਸ ਜੀ ਦੇ ਕੋਲ ਗਏ, ਉਹਨਾਂ ਨੇ ਜੋ ਥੜਾ ਬਣਾਇਆ ਨਾ ਉਹਨੂੰ ਸਤਿਗੁਰੂ ਜੀ ਨੇ ਚੰਗੀ ਤਰ੍ਹਾਂ ਦੇਖਿਆ ਹੈ। ਇਹ ਤੈ ਨੀਕੀ ਨਹੀਂ ਬਣਾਈ, ਕਈ ਬਾਰ ਬੋ ਮਤ ਨ ਆਈ। ਸਤਿਗੁਰੂ ਜੀ ਉਸ ਨੂੰ ਵੀ ਕਹਿਣਗੇ ਤੈਨੂੰ ਕਈ ਵਾਰ ਸਮਝਾਇਆ ਰਾਮਦਾਸ, ਇਸ ਤਰੀਕੇ ਨਾਲ ਬਣਾਉਣਾ ਹੈ ਥੜਾ, ਪਰ ਤੂੰ ਉਹ ਜਿਹਾ ਨਹੀਂ ਬਣਾਇਆ ਜਿੱਦਾਂ ਦਾ ਚਾਹੀਦਾ ਸੀ। ਜਿਮ ਕਹਿ ਗਏ ਬਨੀ ਤਿਮ ਨਾਹੀ, ਸ਼ਰਮ ਬਾਦ ਕੀ ਨਸੇਮ ਮਾਹੀ। ਦੇਖ ਤੇਰੀ ਕਿੰਨੀ ਮਿਹਨਤ ਬਿਰਥਾ ਚਲੀ ਗਈ, ਸਾਰਾ ਦਿਨ ਲਗਾਤਾ ਤੂੰ ਇਹਦੇ ਤੇ ਬਣਾਉਣ ਲਈ, ਪਰ ਜੋ ਅਸੀਂ ਕਹਿੰਦੇ ਸਾਂ ਉਸ ਤਰ੍ਹਾਂ ਦਾ ਤੂੰ ਨਹੀਂ ਬਣਾ ਸਕਿਆ। ਸੁਨ ਗੁਰ ਬਾਕ ਮੰਦ ਨਿਜ ਜਾਣਿਓ, ਭਇਓ ਨਮਰ ਪਾਇਨ ਲਪਟਾਨਿਓ। ਗੁਰੂ ਕੇ ਬਚਨ ਸੁਣੇ ਰਾਮਦਾਸ ਜੀ ਨੇ ਸੋਚਿਆ ਕਿ ਮੈਨੂੰ ਹੀ ਦਰਅਸਲ ਅਕਲ ਨਹੀਂ ਹੈ, ਮੈਂ ਗੁਰੂ ਕੇ ਬਚਨ ਸਮਝ ਨਹੀਂ ਸਕਿਆ, ਮੇਰੀ ਮਤ ਕਮਜ਼ੋਰ ਹੈ। ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ। ਹੋ ਅਜਾਨ ਨਿਤ ਭੂਲਨ ਹਾਰੋ, ਤੁਮ ਕਿਰਪਾਲ ਨਿਜ ਬਿਰਧ ਸੰਭਾਰੋ। ਮਹਾਰਾਜ ਜੀ ਮੈਂ ਅਣਜਾਣ ਹਾਂ, ਨਿਤ ਭੁੱਲਾਂ ਹੀ ਕਰਦਾ ਹਾਂ, ਤੁਸੀਂ ਸਮਰੱਥ ਹੋ, ਬਖਸ਼ਣਹਾਰ ਹੋ ਜੀ, ਕਿਰਪਾਲੂ ਹੋ। ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ। ਤੁਸੀਂ ਦੇਖੋ ਕਿੰਨੇ ਦਿਆਲੂ ਹੋ, ਮੈਂ ਕਿੰਨੀ ਵਾਰ ਗਲਤੀ ਕੀਤੀ ਤੁਸੀਂ ਫਿਰ ਮਾਫ ਕਰ ਦਿੰਦੇ ਹੋ। ਇਹ ਤੁਹਾਡਾ ਬਿਰਧ ਹੈ ਜੀ, ਹੁਣ ਵੀ ਆਪਣੇ ਬਿਰਧ ਨੂੰ ਸੰਭਾਲੋ, ਕਿਰਪਾ ਕਰਕੇ ਮੇਰੀ ਭੁੱਲ ਨੂੰ ਮੁਆਫ ਕਰ ਦਿਓ ਜੀ, ਮੈਂ ਅਪਰਾਧੀ ਹਾਂ, ਮੂਰਖ ਹਾਂ। ਜੇ ਤਕ ਸੁਮਤ ਦੇਤ ਸੋ ਜਾਨਵ, ਬਿਨਾ ਦੀਏ ਕਿਆ ਬਪੁਰਾ ਮਾਨਵ। ਮਹਾਰਾਜ ਜੀ ਉਹਨੂੰ ਚੰਗੀਆਂ ਬਣਾਉਣ ਦੀ ਮਤ ਵੀ ਤੁਸੀਂ ਦੇਣੀ ਹੈ। ਮੈਂ ਕੀ ਚੀਜ਼ ਆ, ਮਨੁੱਖ ਵਿਚਾਰਾ ਕੀ ਚੀਜ਼ ਹੈ, ਤੁਸੀਂ ਜਿਸ ਤੇ ਕਿਰਪਾ ਕਰਦੇ ਹੋ ਉਹਨੂੰ ਤੁਸੀਂ ਸੋਝੀ ਦੇ ਦਿੰਦੇ ਹੋ ਜੀ। ਰਾਵਰ ਕਰੁਣਾ ਕਰੋ ਬਤਾਵੋ, ਨੀਕੀ ਰੀਤ ਭਾਖ ਸਮਝਾਵੋ। ਤੁਸੀਂ ਮੇਰੇ ਤੇ ਤਰਸ ਕਰੋ ਜੀ, ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਪ ਹੀ ਸੁਮਤ ਦੇ ਦਿਓ ਤਾਂ ਕਿ ਮੈਂ ਤੁਹਾਡੇ ਬਚਨਾਂ ਨੂੰ ਮੰਨ ਕੇ ਵਧੀਆ ਕਾਰਜ ਕਰ ਸਕਾਂ, ਸੋਹਣਾ ਬਣਾ ਸਕਾਂ ਇਹ ਥੜਾ। ਮੈਂ ਮਤ ਮੰਦ ਅਭਾਗ ਵਿਚਾਰਾ, ਜਾਣ ਸਕਿਓ ਨੈ ਕਿਉ ਤੁਮਾਰਾ। ਸਤਿਗੁਰੂ ਜੀ ਮੇਰੇ ਮੰਦੀ ਮਤ ਹੈ ਜਾਂ ਮੰਦੇ ਭਾਗ ਨੇ, ਜੋ ਮੈਂ ਤੁਹਾਡੇ ਬਚਨ ਨੂੰ ਸਮਝ ਨਹੀਂ ਸਕਿਆ, ਜੋ ਤੁਹਾਡੀ ਆਗਿਆ ਨੂੰ ਮੈਂ ਪੂਰਨ ਤੌਰ ਤੇ ਜਾਣ ਨਹੀਂ ਸਕਿਆ, ਉਹਦੇ ਉੱਪਰ ਪੂਰਾ ਨਹੀਂ ਉਤਰ ਸਕਿਆ। ਹਿਮ ਕਹਿ ਕਰ ਗੁਰ ਮੈਂ ਗਰੇ ਮੈਂ ਅੰਚਰ ਡਰਾ, ਸਿਮੋ ਪ੍ਰਭੂ ਅਪਰਾਧ ਹਮਾਰਾ। ਇਹ ਕਹਿ ਕੇ ਭਾਈ ਰਾਮਦਾਸ ਜੀ ਨੇ ਆਪਣੇ ਗਲ 'ਚ ਪੱਲਾ ਪਾ ਲਿਆ, ਬੜੀ ਨਿਮਰਤਾ ਦੇ ਨਾਲ ਕਹਿਣਗੇ ਸਤਿਗੁਰੂ ਜੀ ਮੇਰੀ ਭੁੱਲ ਮਾਫ ਕਰ ਦਿਓ, ਤੁਸੀਂ ਕਿੰਨੀ ਵਾਰੀ ਮੈਨੂੰ ਸਮਝਾਇਆ ਹੈ, ਮੈਂ ਸਮਝ ਹੀ ਨਹੀਂ ਸਕਿਆ, ਤੁਹਾਡੇ ਬਚਨਾਂ ਨੂੰ ਮੈਂ ਜਾਣ ਨਹੀਂ ਸਕਿਆ, ਇਸ ਕਰਕੇ ਮੇਰੀ ਭੁੱਲ ਮਾਫ ਕਰ ਦਿਓ ਜੀ। ਸਿੱਖ ਸਮੀਪ ਸਭ ਹੀ ਸੁਨ ਕਰਕੇ, ਹਰਖੇ ਸਿੱਖੀ ਰੀਤ ਵਿਚਰ ਕੇ। ਹੁਣ ਸਤਿਗੁਰੂ ਜੀ ਇਕੱਲੇ ਨਹੀਂ ਆਉਂਦੇ ਇੱਥੇ, ਜਦੋਂ ਆਉਂਦੇ ਨੇ ਨਾਲ ਕਿੰਨੇ ਸਿੱਖ ਹੁੰਦੇ ਨੇ। ਸਿੱਖਾਂ ਨੇ ਪਹਿਲਾਂ ਦੇਖਿਆ ਹੈ, ਭਾਈ ਰਾਮਾ ਜੀ ਕਹਿੰਦੇ ਮਹਾਰਾਜ ਤੁਸੀਂ ਜਿਵੇਂ ਕਿਹਾ ਤਿਵੇਂ ਬਣਾਇਆ, ਦਰਅਸਲ ਤੁਸੀਂ ਬਿਰਧ ਹੋ ਗਏ ਹੋ, ਉਮਰ ਵਡੇਰੀ ਹੋ ਗਈ ਹੈ, ਜੋ ਤੁਸੀਂ ਕਹਿੰਦੇ ਤੁਸੀਂ ਭੁੱਲ ਜਾਂਦੇ ਹੋ। ਇਹ ਵੀ ਸਿੱਖਾਂ ਨੇ ਸੁਣਿਆ। ਹੁਣ ਇਹ ਵੀ ਸੁਣਿਆ ਭਾਈ ਰਾਮਦਾਸ ਜੀ ਦੀਆਂ ਗੱਲਾਂ ਕਿ ਮਹਾਰਾਜ ਮੈਂ ਹੀ ਮਤੀ ਮੰਦੀ ਮਤ ਵਾਲਾ ਹਾਂ, ਤੁਸੀਂ ਸਮਰੱਥ ਹੋ ਮੇਰੀਆਂ ਇੰਨੀਆਂ ਗਲਤੀਆਂ ਮਾਫ ਕੀਤੀਆਂ,
ਕਿਰਪਾ ਕਰਕੇ ਹੁਣ ਵੀ ਮਾਫ ਕਰ ਦਿਓ ਮੈਨੂੰ। ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ। ਸਿੱਖਾਂ ਨੇ ਦੇਖਿਆ ਕਿ ਇਹ ਹੈ ਸਿੱਖੀ। ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦੇ ਹੋਏ ਇਹ ਆਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਤਾਏ। ਸਤਿਗੁਰੂ ਜੀ ਦੀ ਬਾਣੀ ਦਾ ਇਹ ਪਾਵਨ ਸਿਧਾਂਤ ਹੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਗੁਰੂ ਪ੍ਰਭੂ ਦੇ ਦਰ ਤੇ ਮਾਣ ਤਾਂ ਨਿਮਾਣਿਆਂ ਨੂੰ ਮਿਲਦਾ ਹੈ। ਰਾਮਦਾਸ ਜੀ ਬਹੁਤ ਇੰਟੈਲੀਜੈਂਟ ਸਨ, ਬੜੇ ਸਿਆਣੇ ਸਨ। ਉਹਨਾਂ ਦੀ ਇਹ ਸੂਝ-ਬੂਝ, ਉਹਨਾਂ ਦੀ ਇਹ ਮਹਾਨ ਵਡਿਆਈ ਦੇਖਣੀ ਹੈ, ਉਹਨਾਂ ਦੀ ਪਵਿੱਤਰ ਬਾਣੀ ਪੜੋ। 30 ਰਾਗਾਂ 'ਚ ਬਾਣੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੀ 30 ਰਾਗਾਂ 'ਚ। ਇਹ ਰਾਗ ਕੋਈ ਇੱਕ ਦਿਨ 'ਚ ਤਾਂ ਨਹੀਂ ਸਿੱਖ ਲਏ। ਗੁਰੂ ਕੀ ਹਜ਼ੂਰੀ 'ਚ ਜਿੰਨੇ ਸਾਲ ਰਹੇ, ਗੁਰਮਤਿ ਵਿਦਿਆ ਨੂੰ ਗ੍ਰਹਿਣ ਕੀਤਾ, ਸੰਗੀਤ ਵਿਦਿਆ ਨੂੰ ਗ੍ਰਹਿਣ ਕੀਤਾ। 7 ਕੁ ਸਾਲਾਂ ਦੇ ਸਨ ਜਦੋਂ ਘਰੋਂ ਨਿਕਲ ਆਏ। ਯਤੀਮ ਬੱਚੇ, ਮਾਂ ਪਿਓ ਸਿਰ ਤੇ ਨਹੀਂ। ਸੇਵਾ ਵੀ ਕਰਦੇ ਰਹੇ, ਆਪਣੀ ਕਿਰਤ ਵੀ ਕਰਦੇ ਰਹੇ। ਕਿਰਤ ਕਰਦਿਆਂ ਕਿੰਨੀ ਮਿਹਨਤ ਕੀਤੀ ਹੋਏਗੀ, ਕਿੰਨੀ ਘਾਲਣਾ ਕੀਤੀ ਹੋਏਗੀ ਇੰਨੀ ਵੱਡੀ ਦਾਤ ਨੂੰ ਪ੍ਰਾਪਤ ਕਰਨ ਦੇ ਲਈ, ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਦੇ ਲਈ। ਲੇਕਿਨ ਇੰਨਾ ਕੁਝ ਹੁੰਦਿਆਂ ਹੋਇਆਂ ਨਿਰਮਾਣਤਾ ਕਿੰਨੀ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਨਿਮਰਤਾ ਦੇਖ ਕੇ ਨਾ ਕੋਲ ਖੜੇ ਸਿੱਖ ਜਿਹੜੇ ਅਸਸ ਕਰ ਉੱਠੇ ਕਿ ਇਹਨੂੰ ਸਿੱਖੀ ਕਿਹਾ ਜਾਂਦਾ ਹੈ। ਨਿਰਮਾਣ ਹੋਣਾ, ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣਾ। ਮੁਰੀਦ ਬਣ ਲਈ ਮੁਰਦੇ ਬਣਨਾ ਪੈਂਦਾ। ਮੁਰਦਾ ਜਿਵੇਂ ਕਬਰ 'ਚ ਲੁਕ ਜਾਂਦਾ ਹੈ, ਮੁਰਦਾ ਜਿਵੇਂ ਕੋਈ ਆਪਣਾ ਹੱਥ ਪੈਰ ਨਹੀਂ ਹਿਲਾਉਂਦਾ, ਐਕਸ਼ਨ ਨਹੀਂ ਕਰਦਾ, ਜਿੱਧਰ ਪਾ ਦਿਓ ਪਿਆ ਰਹਿੰਦਾ, ਇਵੇਂ ਗੁਰੂ ਦੀ ਰਜਾ 'ਚ ਚੱਲਣ ਨੂੰ ਸਿੱਖੀ ਕਿਹਾ ਜਾਂਦਾ ਹੈ। ਪਰਮ ਪ੍ਰਸੰਨ ਭਏ ਗੁਰ ਪੂਰੇ, ਗੁਰਤਾ ਉਚਿਤ ਲਖੇ ਗੁਣ ਰੂਰੇ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਭਾਈ ਰਾਮਦਾਸ ਜੀ ਦੀ ਇਹ ਨਿਰਮਾਣਤਾ ਦੇਖ ਕੇ। ਸਿੱਖ ਵੀ ਪ੍ਰਸੰਨ ਹੋਏ। ਸਤਿਗੁਰੂ ਜੀ ਸਮਝ ਗਏ ਕਿ ਇਹ ਨੇ ਪੂਰੇ, ਇਹ ਨੇ ਜੋਗ ਉਸ ਗੱਲ ਦੇ ਜਿਸ ਦੀ ਸਾਨੂੰ ਲੋੜ ਸੀ। ਸਭਨ ਸੁਨਾਵਤ ਬਾਕੇ ਅਲਾਵੇ, ਇਸ ਕੀ ਸੇਵਾ ਮੋਹ ਮਨ ਭਾਵੇ। ਸਤਿਗੁਰੂ ਜੀ ਨੇ ਕੋਲ ਕੜੀਆਂ ਸੰਗਤਾਂ ਨੂੰ ਇਹ ਗੱਲ ਕਹਿ ਦਿੱਤੀ, ਭਾਈ ਸਿੱਖੋ, ਇਹ ਰਾਮਦਾਸ ਦੀ ਸੇਵਾ ਮੈਨੂੰ ਵਧੀਆ ਲੱਗਦੀ ਹੈ। ਇਹ ਬਹੁਤ ਨਿਰਮਾਣ ਨੇ, ਬੜੇ ਪਿਆਰ ਨਾਲ ਸੇਵਾ ਕਰਦੇ ਹਨ। ਆਪਾ ਕਬੂ ਨ ਕਰੇ ਜਨਾਵਨ, ਨਿਸ ਦਿਨ ਪ੍ਰੇਮ ਭਗਤ ਮੈਂ ਪਾਵਨ। ਕਦੀ ਆਪਣਾ ਆਪ ਜਣਾਇਆ ਹੀ ਨਹੀਂ ਹੈ। ਦਿਨ ਰਾਤ ਪ੍ਰੇਮਾ ਭਗਤੀ 'ਚ ਲੱਗੇ ਰਹਿੰਦੇ, ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ ਹਨ। ਸੁਨ ਸਭ ਸਿੱਖਿਆਨ ਸੰਸੇ ਖੋਵਾ, ਗੁਰਤਾ ਉਚਿਤ ਬਲੇ ਇਹ ਜੋਵਾ। ਸਿੱਖਾਂ ਦੇ ਮਨ 'ਚ ਵੀ ਇਹ ਗੱਲ ਸਪਸ਼ਟ ਹੋ ਗਈ। ਹੁਣ ਜਾਣਗੇ ਕਿ ਗੁਰਤਾ ਗੱਦੀ ਤੇ ਕੌਣ ਬੈਠੇਗਾ, ਕਿਹਨੂੰ ਵਡਿਆਈ ਮਿਲੇਗੀ। ਬਾਕਨ ਤੇ ਪਾਸ਼ਨ ਕਰ ਲੀਨੇ, ਆਪਾ ਜੋ ਤਿਆਰੇ ਆਪਾ ਹੀਨੇ। ਇਸ ਕਰਕੇ ਵਾਕਣ ਤੇ ਪਛਾਣ ਕਰ ਲੀਨੇ। ਇਹਨਾਂ ਗੱਲਾਂ ਤੋਂ ਹੀ ਜੋ ਭਾਈ ਰਾਮਦਾਸ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਕਹੀਆਂ, ਕਿ ਉਦੋਂ ਬਾਅਦ ਜੋ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਇਹਨਾਂ ਗੱਲਾਂ ਤੋਂ ਸਿੱਖ ਸੰਗਤਾਂ ਸਮਝ ਗਈਆਂ ਕਿ ਗੁਰਤਾ ਗੱਦੀ ਦੇ ਲਾਇਕ ਰਾਮਦਾਸ ਜੀ ਨੇ, ਇਹਨਾਂ ਨੂੰ ਇਹ ਗੁਰਤਾ ਦੀ ਦਾਤ ਮਿਲੀ ਹੈ। ਸਤਿਗੁਰ ਨੇ ਜਿਸ ਦਾਨ ਕਹੋਇਆ ਏ, ਸਿੱਖ ਸੰਗ ਜੇ ਜਿਤਨੋ ਸੁਨਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਸਥਾਨ ਤੇ ਆ ਗਏ। ਜਿਹੜੀ ਸਿੱਖ ਸੰਗਤ ਸਤਿਗੁਰੂ ਜੀ ਦੇ ਨਾਲ ਸੀ, ਉਸ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਹੈ, ਰਾਮਦਾਸ ਹੈ ਪੁਰਖ ਮਹਾਨੇ, ਇਸਕੇ ਸੰਗ ਤਰੇ ਨਰ ਜਾਣੇ। ਦੇਖੋ ਬਈ ਰਾਮਦਾਸ ਬਹੁਤ ਮਹਾਨ ਵਿਅਕਤੀ ਹੈ। ਇਹਦੀ ਸੰਗਤ ਕਰਕੇ ਤੇ ਹੋਰ ਬਹੁਤ ਲੋਕ ਤਰ ਜਾਣਗੇ, ਹੋਰਨਾਂ ਦਾ ਪਾਰ ਉਤਾਰਾ ਵੀ ਇਹ ਕਰਨਗੇ। ਰੰਦਨ ਕੋ ਕਰਤਾ ਕਲਿਆਣ, ਬਸੀ ਕਰਿਓ ਮੁਝ ਸੇਵਾ ਠਾਨ। ਬ੍ਰਿੰਦ ਦਾ ਅਰਥ ਹੁੰਦਾ ਬਹੁਤ ਲੋਕਾਂ ਦੀ ਇਹ ਕਲਿਆਣ ਕਰਨਗੇ, ਬੇਅੰਤ ਲੋਕਾਂ ਦਾ ਪਾਰ ਉਤਾਰਾ ਕਰਨਗੇ। ਰਾਮਦਾਸ ਸਤਿਗੁਰੂ ਜੀ ਦੀ ਵਡਿਆਈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਲੱਖਾਂ ਲੋਕੀ ਰੋਜ਼ ਭੁੱਖਿਆਂ ਨੂੰ ਰੋਟੀ ਮਿਲਦੀ ਹੈ, ਜੀ ਦਾਨ ਮਿਲਦਾ ਹੈ। ਗੁਰੂ ਕੇ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਬਾਰ ਦੇ ਦੀਦਾਰ ਕਰਕੇ ਬੇਅੰਤ ਰੂਹਾਂ ਨੂੰ ਸ਼ਾਂਤੀ ਮਿਲਦੀ ਹੈ, ਆਤਮਿਕ ਆਨੰਦ ਮਿਲਦਾ ਹੈ, ਜੀ ਦਾਨ ਪ੍ਰਾਪਤ ਹੁੰਦਾ ਹੈ। ਗੁਰੂ ਕੀਆਂ ਬਖਸ਼ਾਂ ਦੇ ਪਾਤਰ ਬਣਦੇ ਨੇ ਜਿਹੜੇ ਸ਼ਰਧਾਲੂ ਨੇ, ਜਗਿਆਸੂ ਨੇ, ਜਿਨ੍ਹਾਂ ਦੀ ਗੁਰੂ ਦੇ ਦਰ ਦੇ ਪ੍ਰਤੀ ਭਾਵਨਾ ਹੈ। ਔਰ ਬੇਅੰਤੋ ਲੋਕ ਨੇ। ਅੰਮ੍ਰਿਤਸਰ ਸਤਿਗੁਰੂ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ, ਜਿਹੜੇ ਗੁਰੂ ਕੀ ਪਵਿੱਤਰ ਬਾਣੀ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਕਾਵਾਂ ਤੋਂ ਹੰਸ ਬਣ ਜਾਂਦੇ ਨੇ। ਬੇਅੰਤ ਉਹ ਪ੍ਰਾਣੀ ਨੇ। ਭਈ ਇਹ ਰਾਮਦਾਸ ਜੀ ਦੇ ਸਦਕਾ ਬੇਅੰਤ ਲੋਕਾਂ ਦਾ ਪਾਰ ਉਤਾਰਾ ਹੋਵੇਗਾ। ਇਸ ਤੇ ਨੈ ਅਦੇ ਕੁਛ ਮੋਰੇ, ਸਭ ਹਿਨ ਤੇ ਮਤ ਪਦ ਪ੍ਰਾਪਤ ਗੌਰੇ। ਮੇਰੇ ਕੋਲ ਕੋਈ ਅਜਿਹੀ ਚੀਜ਼ ਨਹੀਂ ਹੈ
ਜਿਹੜੀ ਮੈਂ ਇਸ ਨੂੰ ਨਾ ਦੇ ਸਕਾਂ। ਨਾ ਅਦੇ ਦਾ ਅਰਥ ਹੈ ਕਿ ਕੋਈ ਇਹੋ ਜਿਹੀ ਚੀਜ਼ ਹੈ ਹੀ ਨਹੀਂ ਜਿਹੜੀ ਮੈਂ ਇਹਦੇ ਤੋਂ ਲੁਕਾ ਕੇ ਰੱਖਾਂ, ਸਭ ਕੁਝ ਇਹਦਾ ਹੀ ਹੈ, ਆਉਣ ਵਾਲੀ ਹਰ ਚੀਜ਼ ਇਸ ਦੀ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਜਿਵੇਂ ਤਰੁੱਠੇ ਨੇ, ਜਿਵੇਂ ਬਖਸ਼ਿਸ਼ ਕਰਨਗੇ, ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬਖਸ਼ਿਸ਼ ਕਰਨਗੇ। ਇਹ ਵਾਰਤਾ ਆਪਾਂ ਅੱਗੇ ਸਰਵਣ ਕਰਾਂਗੇ। ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਬਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਹ ਗੁਰੂ ਰਾਮਦਾਸ ਜੀ ਨੂੰ ਜਿਵੇਂ ਇਹ ਰਾਜ ਜੋਗ ਦਾ ਤਖਤ ਪ੍ਰਾਪਤ ਹੋਏਗਾ, ਇਹ ਵਾਰਤਾ ਆਪ ਜੀ ਅੱਗੇ ਸਰਵਣ ਕਰੋਗੇ ਜੀ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਉਸ ਮਹਾਨ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਪੁਰਬ ਵੀ 22 ਤਰੀਕ ਨੂੰ ਆ ਰਿਹਾ ਹੈ। ਸਮੂਹ ਗੁਰੂ ਕੀਆਂ ਸੰਗਤਾਂ ਹਰ ਥਾਂ ਤੇ ਦੇਸਾਂ ਪ੍ਰਦੇਸਾਂ 'ਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦਾ ਇਹ ਪਾਵਨ ਪੁਰਬ ਮਨਾ ਰਹੀਆਂ ਨੇ। ਇਸ ਸਥਾਨ ਤੇ ਵੀ ਪ੍ਰਬੰਧਕ ਜਨਾਂ ਨੇ ਬਹੁਤ ਸੋਹਣੇ ਪ੍ਰੋਗਰਾਮ ਉਲੀਕੇ ਨੇ। ਆਪ ਸੰਗਤਾਂ ਪਾਸ ਬੇਨਤੀ ਹੈ, ਸਾਰੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਲੰਗਰਾਂ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।